ਵਾਹਿਗੁਰੂ ਜੀ। ਗੁਰੂ ਨਾਨਕ ਭਗ ਪੰਕਜ ਬੰਦਨ, ਭਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ। ਮਸਤਕ ਆਜਤ ਦਿਪਤ ਦੁਤ, ਚਿਤ ਮੋਹਤ ਨਰ ਬਾਲ। ਕਮਲ ਦਲਨ ਸੇ ਤ੍ਰਿਗ ਲਲਤ, ਆਲੈ ਲਾਜ ਵਿਸਾਲ। ਮਸਤਕ ਆਜਤ ਦਿਪਤ ਦੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜੋ ਨਿਰਗੁਣ ਤੇ ਸਰਗੁਣ ਥੀਆ, ਜੋ ਵਾਹਿਗੁਰੂ ਪਰਮੇਸ਼ਵਰ ਗੁਰੂ ਰੂਪ ਹੋ ਕਰਕੇ ਇਸ ਮਾਤ ਲੋਕ ਦੀ ਧਰਤੀ ਨੂੰ ਭਾਗ ਲਾਏ ਨੇ, ਤੇ ਵੱਡੇ ਭਾਗਾਂ ਵਾਲੇ ਉਹ ਪ੍ਰਾਣੀ ਹਨ ਜੋ ਸਾਹਿਬ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਦੇ ਬਚਨ ਸੁਣਦੇ ਨੇ, ਤੇ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਦੀ ਸ਼ਕਤੀ ਦਾ ਸਦਕਾ ਗੁਰੂ ਪਾਤਸ਼ਾਹ 'ਚ ਪ੍ਰਤੀਤ ਭਰੋਸਾ ਕਰਕੇ ਆਪਣੇ ਜੀਵਨ ਨੂੰ ਸਫਲ ਕੀਤਾ। ਸਤਿਗੁਰਾਂ ਦੇ ਬਾਲ ਚੋਜ ਬਚਪਨ ਅਵਸਥਾ ਵਿੱਚ ਜੋ ਗੁਰੂ ਪਾਤਸ਼ਾਹ ਬਖਸ਼ਿਸ਼ਾਂ ਕੀਤੀਆਂ ਨੇ, ਉਹ ਪਵਿੱਤਰ ਗੁਰੂ ਦਾ ਲੜੀਵਾਰ ਇਤਿਹਾਸ ਪ੍ਰਾਰੰਭ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ 5 ਸਾਲ ਦੀ ਅਵਸਥਾ ਹੈ, ਪਿਤਾ ਜੀ ਪਾਂਧੇ ਪਾਸ ਲੈ ਕੇ ਗਏ ਨੇ। ਜਦੋਂ ਪਾਂਧੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਪੜ੍ਹਾਇਆ, ਇੱਕ ਦਿਨ ਪੜ੍ਹੇ ਨੇ, ਦੂਸਰੇ ਦਿਨ ਪਾਂਧੇ ਨੂੰ ਰੱਬੀ ਗਿਆਨ ਦਾ ਉਪਦੇਸ਼ ਪੜ੍ਹਾਇਆ। ਪਾਂਧਾ ਨਿਹਾਲ ਹੋਇਆ, ਉਸ ਨੂੰ ਸਹਿਜ ਅਵਸਥਾ ਦੀ ਦਾਤ ਗੁਰੂ ਨਾਨਕ ਨੇ ਬਖਸ਼ ਦਿੱਤੀ। ਉਸ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਸ਼ਰਧਾ ਕੀਤੀ ਤੇ ਬੇਨਤੀ ਕੀਤੀ, ਮਹਾਰਾਜ
ਮੈਂ ਤੁਹਾਨੂੰ ਗੁਰੂ ਮੰਨਿਆ ਹੈ, ਆਪਣੇ ਆਪ ਨੂੰ ਤੁਹਾਡਾ ਸਿੱਖ ਬਣਾਇਆ ਹੈ। ਕਿਰਪਾ ਕਰੋ, ਜੋ ਮੈਂ ਅਣਜਾਣ ਪੁਣੇ 'ਚ ਤੁਹਾਨੂੰ ਅਯੋਗ ਸ਼ਬਦ ਕਹੇ ਨੇ, ਮੈਨੂੰ ਮਾਫੀ ਦੇ ਦਿਓ ਤੇ ਮੇਰੇ ਤੇ ਕਿਰਪਾ ਕਰੋ। ਮਹਾਰਾਜ ਨੇ ਕਿਰਪਾ ਦ੍ਰਿਸ਼ਟ ਕੀਤੀ ਹੈ, ਸੁੰਦਰ ਸ਼ਬਦ ਬਾਣੀ ਦਾ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ, ਮਿਹਰ ਦੀ ਨਿਗਾਹ ਕਰਕੇ। ਸੋ ਇਸ ਗੋਪਾਲ ਪਾਂਧੇ ਨੂੰ ਨਿਹਾਲ ਕੀਤਾ, ਸਹਿਜ ਸਮਾਧ ਵਿੱਚ ਜੁੜ ਗਿਆ ਹੈ। ਇਸ ਨੇ ਬੋਲਣਾ ਬੰਦ ਕਰ ਦਿੱਤਾ ਹੈ। ਮਹਾਨ ਆਨੰਦ ਦੀ ਪ੍ਰਾਪਤੀ, ਜਿਸ ਤਰ੍ਹਾਂ ਗੂੰਗੇ ਮਠਿਆਈ ਖਾਈ, ਇਸ ਨੂੰ ਬ੍ਰਹਮਾਨੰਦ ਦਾ ਸਵਾਦ ਆਇਆ ਹੈ। ਜੀਵਨ ਮੁਕਤਾਂ ਦੀ ਅਵਸਥਾ ਵਿੱਚ ਟਿਕ ਕਰਕੇ ਸੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਪਾਤਰ ਬਣਿਆ। ਉਪਰੰਤ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਬੱਚਿਆਂ ਦੇ ਨਾਲ ਖੇਲਾਂ ਖੇਲਦੇ ਹਨ ਅਤੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਸੋ ਬਖਸ਼ਿਸ਼ ਕੀਤੀ ਹੈ। ਸੋ ਬਾਲਾਂ ਦੇ ਨਾਲ ਖੇਲਾਂ ਖੇਲਦਿਆਂ ਬੱਚਿਆਂ ਤੇ ਮਿਹਰ ਦੀ ਦ੍ਰਿਸ਼ਟੀ ਪਾ ਕਰਕੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਬਚਪਨ ਵਿੱਚ ਹੀ ਬਖਸ਼ ਕਰਕੇ ਨਿਹਾਲ ਕੀਤਾ ਹੈ। ਤੇ ਮੇਰੇ ਹਜੂਰ ਪਾਤਸ਼ਾਹ ਸੋ ਇਉਂ ਬਖਸ਼ਿਸ਼ ਕਰਕੇ ਖੇਡਦੇ ਹਨ। ਕਵੀ ਜੀ ਬੜੇ ਸੁੰਦਰ ਢੰਗ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਕੌਤਕਾਂ ਨੂੰ ਬਿਆਨ ਕਰ ਰਹੇ ਨੇ। ਆਓ ਪਿਆਰ ਪੂਰਵਕ ਸ਼ਹਿਨਸ਼ਾਹ ਪਿਤਾ ਬਾਲਾਂ ਨਾਲ ਖੇਡਦੇ ਹੋਏ ਜੋ ਬਖਸ਼ਿਸ਼ਾਂ ਕਰਦੇ ਹਨ, ਇਤਿਹਾਸ ਦੇ ਵਿੱਚੋਂ ਦਰਸ਼ਨ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਮਸਤਕ ਅਜੁਤ ਦਿਪਤ ਦੁੱਤ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਚੌੜਾ ਮੱਥਾ ਹੈ, ਜਿਹਦੇ ਵਿੱਚ ਹਜੂਰ ਪਾਤਸ਼ਾਹ ਦੁੱਤ ਸੋਭਾ ਜਿਹੜੀ ਪ੍ਰਕਾਸ਼ ਰਹੀ ਹੈ। ਚਿਤ ਮੋਹਤ ਨਰ ਬਾਲ। ਜੋ ਵੀ ਸੋ ਬੀਬੀਆਂ, ਜੋ ਵੀ ਪੁਰਸ਼ ਗੁਰੂ ਨਾਨਕ ਪਾਤਸ਼ਾਹ ਜੀ ਦਾ ਐਸੇ ਪਵਿੱਤਰ ਮੁਖਾਰ ਬਿੰਦ ਦਾ ਦਰਸ਼ਨ ਕਰ ਲੈਂਦੇ ਹਨ, ਮੋਹਤ ਹੋ ਜਾਂਦੇ, ਬਲਹਾਰ ਹੁੰਦੇ ਗੁਰੂ ਸਾਹਿਬ ਦੇ ਸਰੂਪ ਤੋਂ। ਕਮਲ ਦਲਨ ਸੇ ਤ੍ਰਿਗ ਲਲਤ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੋ ਕਮਲ ਦੇ ਪੰਖੜੀਆਂ ਵਰਗੇ, ਕਮਲ ਵਰਗੇ ਸੁੰਦਰ ਦ੍ਰਿਗ ਨੇਤਰ ਹਨ ਮੇਰੇ ਸ਼ਹਿਨਸ਼ਾਹ ਪਿਤਾ ਗੁਰੂ ਨਾਨਕ ਪਾਤਸ਼ਾਹ। ਲਲਿਤ ਸੁੰਦਰ ਹਨ। ਆਲੇ ਲਾਜ ਵਿਸਾਲ। ਤੇ ਲਾਜ ਦੇ ਘਰ ਨੇ ਮੇਰੇ ਗੁਰੂ ਨਾਨਕ ਸਾਹਿਬ ਦੇ ਨੇਤਰ ਸੁੰਦਰ। ਚਉਪਈ ਦਸਨ ਦਮਕ ਅਧਰਨ ਮਦ ਐਸੇ। ਤੋ ਸਤਿਗੁਰੂ ਪਾਤਸ਼ਾਹ ਜੀ ਦੇ ਦੰਦਾਂ ਦੀ ਸੋਭਾ ਕਵੀ ਜੀ ਬਿਆਨ ਕਰਦੇ ਨੇ। ਕਹਿੰਦੇ ਨੇ ਭਾਈ ਦਸਨ ਦਮਕ ਅਧਰਨ ਮਦ ਐਸੇ। ਸੋ ਅਧਰਨ ਬੁੱਲਾਂ ਦੇ ਵਿੱਚ, ਹੋਠਾਂ ਦੇ ਵਿੱਚ ਦੰਦਾਂ ਦੀ ਐਸੀ ਸੋਭਾ ਹੈ। ਗਿਰਾ ਸਦਨ ਹੀਰਾ ਵਲ ਜੈਸੇ। ਜਿਸ ਤਰ੍ਹਾਂ ਸੁਰਸਤੀ ਦੇ ਘਰ ਵਿੱਚ ਜਿਵੇਂ ਹੀਰਿਆਂ ਦੀਆਂ ਲੜੀਆਂ ਲਮਕਦੀਆਂ ਨੇ ਤੇ ਚਮਕਦੀਆਂ ਨੇ, ਇਵੇਂ ਸਤਿਗੁਰੂ ਜੀ ਦੇ ਮੁਖ ਵਿੱਚ ਦੰਦ ਚਮਕਦੇ ਹਨ। ਭੁਜ ਸੁੰਦਰ ਕਰ ਸਜਤ ਕਿਉਰਾ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਾਹਾਂ ਤੇ ਸੋ ਬਹੁਤੇ ਸਜਾਏ ਹੋਏ ਫੱਬ ਰਹੇ ਹਨ। ਕਲ ਕੁੰਡਲ ਸਰੋਨਨ ਸ਼ਬਰੂਰਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਕਲ ਸੁੰਦਰ ਸੋ ਕੰਨਾਂ ਵਿੱਚ ਪਾਏ ਹੋਏ ਸੋਹਣੇ ਸੋ ਗਹਿਣੇ ਜਿਹੜੇ ਹਨ, ਕਵੀ ਜੀ ਕਹਿੰਦੇ ਫੱਬਦੇ ਹਨ। ਸੋਹਣੀ ਸਭ ਰੂਰਾ ਸੁੰਦਰ ਸੋਭਾ ਹੈ। ਜਿਹ ਰਹਿ ਕਰਨਾ ਕੀ ਕੋਰਾ। ਪਰ ਜਿਹੜੇ ਜਿੱਧਰ ਵੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਆਪਣੇ ਨੇਤਰਾਂ ਦੇ ਕਿਰਪਾ ਕਟਾਖ ਨਾ ਕੋਰਾ। ਸੋ ਨੇਤਰਾਂ ਦੇ ਕੋਰਾਂ ਤੋਂ, ਕੋਨਿਆਂ ਤੋਂ ਜਿੱਧਰ ਵੀ ਤੱਕਦੇ ਹਨ ਮਿਹਰ ਭਰੀ ਨਿਗਾਹ ਨਾਲ। ਤਾਹੇ ਪਵੋ ਦਦ ਤੇ ਦੇ ਧੋਰਾ। ਉਹਨਾਂ ਨੂੰ ਭਵ ਉਦਦ ਸੰਸਾਰ ਸਮੁੰਦਰ ਤੋਂ ਧੋਰਾ ਆਸਰਾ ਦੇ ਦਿੰਦੇ ਹਨ। ਇੱਕ ਬਾਸੁਰ ਕਾਗਦ ਕਸ ਲੀਨੇ। ਇੱਕ ਦਿਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਅਨੋਖਾ ਕੌਤਕ ਕੀਤਾ ਹੈ। ਕੁਝ ਕਾਗਜ਼ ਸਤਿਗੁਰਾਂ ਨੇ ਲਏ ਹੋਏ ਨੇ। ਲਗ ਪੋਥੀ ਸੀ ਕਰਹਿ ਅਸੀਨੇ। ਤੇ ਉਹਨਾਂ ਨੇ ਕਾਗਜ਼ ਇਕੱਠੇ ਕਰਕੇ ਇੱਕ ਛੋਟੀ ਜੀ ਪੋਥੀ ਦਾ ਰੂਪ ਬਣਾ ਲਿਆ। ਕਾਗਜ਼ ਇਕੱਠੇ ਕਰਕੇ ਆਸਣ ਲਾ ਕਰਕੇ ਬੈਠ ਗਏ ਗੁਰੂ ਸਾਹਿਬ ਜੀ। ਜਿਹ ਜਿਹ ਕੁਲ ਉਪਜਹਿ ਜੋ ਜੋ। ਤੇ ਕਵੀ ਜੀ ਪ੍ਰਮਾਣ ਦਿੰਦੇ ਨੇ ਵੀ ਜਿਹੜੀ ਜਿਹੋ ਜਿਹੀ ਕੁਲ ਦੇ ਵਿੱਚ ਕੋਈ ਪੈਦਾ ਹੁੰਦਾ ਹੈ, ਆਪਣੇ ਬਜ਼ੁਰਗਾਂ ਦੀ ਉਹੀ ਬੱਚਾ ਰੀਸ ਕਰਦਾ, ਉਹ ਕੁਝ ਸਿੱਖਦਾ ਹੈ। ਤੇ ਹੁਣ ਸੋ ਸਤਿਗੁਰੂ ਜੀ ਦੇ ਸਤਿਕਾਰਯੋਗ ਪਿਤਾ ਜੀ ਹੁਣ ਪਟਵਾਰ ਦਾ ਕੰਮ, ਕਾਗਜ਼ ਪੱਤਰ ਹਰ ਵੇਲੇ ਸਾਂਭ ਸੰਭਾਲ। ਕਵੀ ਜੀ ਕਹਿੰਦੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ
ਬਾਲਬ ਅਵਸਥਾ ਵਿੱਚ ਉਸੇ ਤਰ੍ਹਾਂ ਕਾਗਜ਼ ਇਕੱਠੇ ਕਰਕੇ ਚੌਂਕੜਾ ਮਾਰ ਕੇ ਆਸਣ ਲਾ ਕੇ ਬੈਠ ਗਏ ਹਨ। ਦੇਖ ਵੱਡਨ ਸਿਸ ਖੇਲਹਿ ਸੋਊ। ਤੋ ਬਾਲਕਾਂ ਦੇ ਨਾਲ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਖੇਲਦੇ ਹਨ। ਕਰ ਮਹਿ ਗਹੇ ਕਰਹਿ ਤਿਉ ਲੀਲਾ। ਮੇਰੇ ਸਤਿਗੁਰੂ ਜੀ ਸੋ ਹੱਥ ਵਿੱਚ ਲੈ ਕਰਕੇ ਤੇ ਲੀਲਾ ਬੱਚਿਆਂ ਵਾਲੀ ਕਰਦੇ ਹਨ। ਪਤਤ ਉਦਾਹਰਨ ਬਿਰਦ ਗਹੀਲਾ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਗਹਿਲਾ ਬਹੁਤਾ ਵੱਡਾ ਬਿਰਦ ਫਰਜ਼ ਹੈ। ਸੋ ਪਾਪੀਆਂ ਦਾ ਉਧਾਰ ਕਰਨਾ। ਦੋਹਰਾ ਕਾਲੂ ਚਲ ਤਿਸ ਕਾਲ ਮਹਿ। ਉਸ ਵੇਲੇ ਮਹਿਤਾ ਕਾਲੂ ਜੀ ਚੱਲ ਕਰਕੇ ਆ ਗਏ ਜਿੱਥੇ ਬੱਚਿਆਂ ਵਿੱਚ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਇਸ ਤਰ੍ਹਾਂ ਦਾ ਨਜ਼ਾਰਾ ਬਣਾ ਰਹੇ ਸਨ। ਆਏ ਲਾਲ ਕਲ ਦੇਖ। ਆ ਕਰਕੇ ਆਪਣੇ ਸੁੰਦਰ ਲਾਲ ਪੁੱਤਰ ਨੂੰ ਦੇਖਿਆ। ਬੋਲਿਓ ਬੋਲ ਵਿਸਾਲ ਕੇ। ਤਾਂ ਕਹਿੰਦੇ ਬਹੁਤ ਸੋ ਦੇਖ ਕਰਕੇ ਬਚਨ ਬੋਲੇ ਹਨ। ਪ੍ਰੇਮ ਧਰੇ ਜਿਉ ਬੇਖ। ਤੋ ਬੜੇ ਪ੍ਰੇਮ ਦੇ ਬਚਨ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਪਿਤਾ ਜੀ ਕਹਿੰਦੇ ਹਨ। ਚਉਪਈ ਕਹੋ ਤਾਤ ਕਾਗਦ ਕਰ ਲੀਨੇ। ਤੇ ਪੁੱਛਦੇ ਨੇ, ਹੇ ਪੁੱਤਰ ਆ ਤੂੰ ਹੱਥ ਵਿੱਚ ਕਾਗਜ਼ ਜੋ ਫੜੇ ਹੋਏ ਹਨ, ਕਿਆ ਤੁਮ ਪੜ੍ਹੋ ਸੇ ਸੁਨ ਮਹਿ ਭੀਨੇ। ਤੇ ਇਸ ਵਾਸਤੇ ਦੱਸੋ ਇਹ ਕਾਗਜ਼ ਕੀ ਪੜ੍ਹਦੇ ਹੋ ਤੁਸੀਂ ਇਹਨਾਂ ਕਾਗਜ਼ਾਂ ਵਿੱਚੋਂ? ਨੈਕ ਨਾ ਇਤ ਉਤ ਹੇਰਤ ਕਾਹੂ। ਕਿਉਂਕਿ ਤੁਸੀਂ ਇਹਨਾਂ ਕਾਗਜ਼ਾਂ ਤੇ ਇਤਨਾ ਇਕਾਗਰ ਧਿਆਨ ਟਿਕਾਇਆ ਹੋਇਆ ਹੈ। ਹਿਰਦਾ ਲਗਾਇਓ ਕਾਗਦ ਮਾਹੂ। ਜੋ ਆਪਣਾ ਮਨ ਤੁਸੀਂ ਇਹਨਾਂ ਕਾਗਜ਼ਾਂ ਦੇ ਵਿੱਚ ਇੰਨਾ ਟਿਕਾਇਆ ਹੋਇਆ ਹੈ। ਜਿਉ ਪੰਡਤ ਬੇਦਾਂਤ ਵਿਚਾਰਤ। ਇਹ ਤੁਸੀਂ ਤਾਂ ਇਸ ਤਰ੍ਹਾਂ ਦੀ ਇਕਾਗਰਤਾ ਦਿਖਾਈ ਹੈ ਜਿਸ ਤਰ੍ਹਾਂ ਕੋਈ ਵਿਦਵਾਨ ਪੰਡਤ ਜਿਹੜਾ ਹੈ ਜਿਵੇਂ ਵਿਦਾਂਤ ਦੀ ਵਿਚਾਰ ਕਰ ਰਿਹਾ ਹੋਵੇ, ਕਿਉਂਕਿ ਵਿਦਾਂਤ ਦੀ ਬੜੀ ਸੂਖਮ ਵਿਚਾਰ ਹੈ। ਨੈਕ ਨਾ ਮਨ ਕੋ ਕਿਤਹੂ ਟਾਰਤ। ਤੇ ਤੁਸੀਂ ਕਿਸੇ ਪਾਸੇ ਆਪਣੇ ਮਨ ਨੂੰ ਟਾਲਦੇ ਨਹੀਂ, ਕਿਸੇ ਪਾਸੇ ਤੱਕਦੇ ਨਹੀਂ ਹੋ। ਸੁਨ ਕਰ ਪਿਤਾ ਬਚਨ ਕੋ ਬੋਲੇ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਾਲ ਅਵਸਥਾ ਹੈ। ਪਿਤਾ ਜੀ ਦੇ ਬਚਨ ਸੁਣ ਕਰਕੇ ਜਵਾਬ ਦਿੰਦੇ ਬੋਲਦੇ ਹਨ, ਕਹਿੰਦੇ ਨੇ ਸੰਪਟ ਬਿਦਰਮ ਅੰਮ੍ਰਿਤ ਖੋਲੇ। ਮਾਨੋ ਕਿ ਜਿਸ ਤਰ੍ਹਾਂ ਕੋਈ ਮੂੰਗਿਆਂ ਦਾ ਡੱਬਾ ਖੋਲੇ ਤੇ ਉਹਦੇ ਵਿੱਚੋਂ ਅੰਮ੍ਰਿਤ ਸਰਵੇ। ਸਪਤ ਸਲੋਕੀ ਪੜ੍ਹੋ ਗੀਤਾ। ਪਿਤਾ ਜੀ ਨੂੰ ਕਹਿੰਦੇ ਨੇ, ਪਿਤਾ ਜੀ ਅਸੀਂ ਸਪਤ ਸਲੋਕੀ ਗੀਤਾ ਦਾ ਪਾਠ ਕਰ ਰਹੇ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਕਾਗਜ਼ ਇਕੱਠੇ ਕੀਤੇ ਨੇ, ਬੱਚਿਆਂ ਵਿੱਚ ਬੈਠੇ ਨੇ, ਪਿਤਾ ਜੀ ਆ ਗਏ। ਸੋ ਬੇਟਾ ਜੀ ਤੁਸੀਂ ਕਾਗਜ਼ ਬੜੇ ਧਿਆਨ ਦੇ ਨਾਲ ਦੇਖ ਕੀ ਪੜ੍ਹਦੇ ਹੋ? ਪਿਤਾ ਜੀ ਵੱਲ ਤੱਕ ਕੇ ਕਹਿੰਦੇ ਅਸੀਂ ਸੋ ਗੀਤਾ ਪੜ੍ਹ ਰਹੇ ਹਾਂ। ਅਰਥ ਵਿਚਾਰੋ ਤਿਹ ਕਰ ਪ੍ਰੀਤਾ। ਤੇ ਬੜੇ ਪ੍ਰੇਮ ਕਰਕੇ, ਕਿਉਂਕਿ ਅਸੀਂ ਗੀਤਾ ਦਾ ਸੋ ਜਿੱਥੇ ਪਾਠ ਕਰਦੇ ਨਾਲ ਅਰਥਾਂ ਦੀ ਵਿਚਾਰ ਕਰ ਰਹੇ ਹਾਂ। ਜਿਸ ਕੇ ਪੜਨ ਵਿਚਾਰਨ ਕਰਕੇ। ਭਾਈ ਜਿਸ ਦੇ ਪੜ੍ਹ ਕੇ ਵਿਚਾਰ ਕਰਨ ਦੇ ਨਾਲ ਸੁਭ ਮਾਰਗ ਪਰ ਹੈ ਹਿਤ ਧਰ ਕੇ। ਤੋ ਪ੍ਰੇਮ ਦੇ ਸਹਿਤ ਸ਼ੁਭ ਮਾਰਗ ਦੇ ਵਿੱਚ ਪ੍ਰਾਣੀ ਚੱਲ ਪੈਂਦਾ ਹੈ, ਸੁੰਦਰ ਉਪਦੇਸ਼ ਮਿਲਦਾ ਹੈ। ਦੋਹਰਾ ਕਾਲੂ ਉਰ ਅਚਰਜ ਕਰਤ। ਮਹਿਤਾ ਕਾਲੂ ਜੀ ਮਨ ਚ ਹੈਰਾਨ ਨੇ, ਸੋ ਸੋਚਦੇ ਨੇ ਭਈ ਪਾਂਦੇ ਕੋਲ ਲੈ ਕੇ ਗਏ ਸੀ, ਇੱਕ ਦਿਨ ਪੜ੍ਹੇ ਤੇ ਦੂਸਰੇ ਦਿਨ ਸੋ ਪਾਂਦਾ ਤੇ ਗੁਰੂ ਸਾਹਿਬ ਦਾ ਸੇਵਕ ਬਣ ਗਿਆ। ਤੀਜੇ ਦਿਨ ਗਏ ਤੇ ਹੱਥ ਜੋੜ ਕੇ ਖੜੋ ਗਿਆ, ਕਹਿੰਦੇ ਸਾਰੀਆਂ ਵਿਦਿਆ ਦੇ ਮਾਲਕ ਨੇ, ਇਹਨਾਂ ਨੂੰ ਕੋਈ ਇਹਨਾਂ ਤੋਂ ਵੱਧ ਹੋਵੇ ਤੇ ਪੜ੍ਹਾਵੇ, ਇਹਨਾਂ ਦੇ ਬਰਾਬਰ ਦਾ ਹੈ ਹੀ ਕੋਈ ਨਹੀਂ। ਤਾਂ ਸੋਚਦੇ ਨੇ ਤੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਅਸੀਂ ਸੋ ਵਿਦਿਆ ਕਿੱਥੋਂ ਪੜ੍ਹ ਲਈ? ਕਹਿੰਦੇ ਅਸੀਂ ਸ਼ਬਦ ਸਲੋਕੀ ਗੀਤਾ ਪੜ੍ਹ ਰਹੇ ਹਾਂ। ਅਚਰਜ ਬਚਨ ਸੁਨੇ ਜੋ। ਜਦੋਂ ਇਹੋ ਜਿਹੇ ਅਚਰਜ ਬਚਨ ਮੁਖ ਤੋਂ ਸੁਣੇ ਹਨ, ਲਖਨੇ ਕੀ ਲਾਲਸ ਲੱਗੀ। ਮਨ ਵਿੱਚ ਵਿਚਾਰ ਆਈ ਵੀ ਐਵੇਂ ਕਹਿ ਦਿੱਤਾ ਕਿ ਦੇਖੀਏ ਵੀ ਗੀਤਾ ਪੜ੍ਹਦੇ ਵੀ ਹਨ, ਕਿਉਂਕਿ ਗੀਤਾ ਜੋ ਆ ਮੂਲ ਵਿੱਚ ਉਹ ਸੰਸਕ੍ਰਿਤ ਵਿੱਚ ਹੈ, ਜੋ ਭਗਵਾਨ ਕ੍ਰਿਸ਼ਨ ਦੀ ਉਚਾਰਨ ਕੀਤੀ ਹੋਈ ਆ ਕੁਰੂਕਸ਼ੇਤਰ ਦੇ ਮੈਦਾਨ 'ਚ, ਤੋ ਸੰਸਕ੍ਰਿਤ ਵਿੱਚ। ਤੋ ਸੋਚਿਆ ਮਨ ਵਿੱਚ ਵੀ ਕਹਿ ਦਿੱਤਾ ਵੀ ਅਸੀਂ ਗੀਤਾ ਦੇ ਅਰਥ ਵਿਚਾਰ ਰਹੇ ਹਾਂ ਤੇ ਦੇਖੀਏ ਭਲਾ ਇਹ ਗੀਤਾ ਸੁਣਾਉਂਦੇ ਵੀ ਹਨ। ਕੂਰ ਕੇ ਸਾਚ ਭਨੇ ਜੋ। ਤੋ ਜਿਹੜਾ ਇਹਨਾਂ ਨੇ ਬਚਨ ਕੀਤਾ ਉਹ ਸੱਚ ਹੈ ਜਾਂ ਝੂਠ, ਪਿਤਾ ਜੀ ਨੇ ਮਨ 'ਚ ਵਿਚਾਰ ਕੀਤਾ ਹੈ। ਚਉਪਈ ਮੁਝ ਕੋ ਪੜ ਕਰ ਦੇਹੋ ਸੁਨਾਈ। ਤੇ ਪਿਤਾ ਜੀ ਕਹਿਣ ਲੱਗੇ, ਅੱਛਾ ਪੁੱਤਰ ਜੀ ਜੇ ਤੁਸੀਂ
ਗੀਤਾ ਪੜ੍ਹ ਰਹੇ ਹੋ ਤੇ ਅਰਥ ਵਿਚਾਰ ਰਹੇ ਹੋ, ਸਾਨੂੰ ਵੀ ਸੁਣਾ ਦਿਓ। ਅਰਥ ਭਨਹੁ ਜਿਉ ਪਰਹਿ ਲਖਾਈ, ਫਿਰ ਤੁਸੀਂ ਅਰਥ ਸਾਨੂੰ ਸੁਣਾਓ ਹਾਂ, ਸਾਨੂੰ ਵੀ ਪਤਾ ਲੱਗ ਜਾਵੇ। ਸੁਨ ਪਿਤ ਕੀ ਬਾਨੀ ਸੁਖ ਖਾਨੀ, ਸੁਖਾਂ ਦਾ ਖਜ਼ਾਨਾ। ਸਤਿਗੁਰੂ ਜੀ ਸੋ ਪਿਤਾ ਜੀ ਦੀ ਬਾਣੀ ਬਚਨ ਸੁਣ ਕੇ ਅਰਥ ਕਹਿਤ ਭੇਜਿਹ ਦੁਖ ਹਾਨੀ। ਤੋ ਸਤਿਗੁਰੂ ਪਾਤਸ਼ਾਹ ਹੁਣ ਗੀਤਾ ਆਪੇ ਹੀ ਬੋਲਦੇ ਨੇ ਤੇ ਆਪ ਹੀ ਅਰਥ ਉਸ ਦੇ ਸੁਣਾਉਂਦੇ ਹਨ। ਅਰਥ ਬਖਾਨਿਓ ਸਤਿਗੁਰ ਪੂਰੇ, ਪੂਰਨ ਸਤਿਗੁਰਾਂ ਨੇ ਗੀਤਾ ਦੇ ਸ਼ਲੋਕ ਸੰਸਕ੍ਰਿਤ ਦੇ ਬੋਲ ਬੋਲ ਕੇ ਤੇ ਉਹਨਾਂ ਦੇ ਅਰਥ ਪਿਤਾ ਜੀ ਨੂੰ ਸੁਣਾਏ ਹਨ। ਭਵ ਤਾਰਨ ਕੋ ਜਿਹੇ ਪਦ ਰੂਰੇ, ਜਿਨ੍ਹਾਂ ਦੇ ਚਰਨ ਸੰਸਾਰ ਨੂੰ ਤਾਰਨ ਵਾਸਤੇ ਸਮਰੱਥ ਹਨ ਸਤਿਗੁਰੂ ਨਾਨਕ ਸਾਹਿਬ ਦੇ, ਉਹਨਾਂ ਨੇ ਇਸ ਤਰੀਕੇ ਦੇ ਨਾਲ ਗੀਤਾ ਦੇ ਅਰਥ ਸੁਣਾਏ ਹਨ। ਬਚਨ ਬਦਤ ਅਦਭੁਤ ਲਗ ਗੀਤਾ, ਤੋ ਬਚਨ ਬਹੁਤ ਸੋਹਣੇ ਸੋ ਗੀਤਾ ਦੇ ਕਹਿੰਦੇ ਨੇ ਭਾਈ ਅਸ਼ਚਰਜ ਬਚਨ ਜਿਹੜੇ ਸੁਣਾਏ ਹਨ। ਸੁਨਤ ਤਾਤ ਮ੍ਰਿਗ ਘੰਟਕ ਪ੍ਰੀਤਾ, ਤੇ ਜਿਵੇਂ ਜਿਵੇਂ ਪਿਤਾ ਜੀ ਸੁਣਦੇ ਨੇ ਤੇ ਐਸੀ ਮਨ ਚ ਪ੍ਰੀਤ ਉਪਜਦੀ ਹੈ, ਜਿਸ ਤਰ੍ਹਾਂ ਘੰਡੇ ਹੇੜੇ ਦੇ ਸ਼ਬਦ ਤੇ ਹਰਨ ਮਸਤ ਹੋ ਜਾਂਦਾ ਹੈ। ਚਉਪਈ ਪ੍ਰਥਮ ਪਾਠ ਕਰ ਪਰਮ ਪਰਬੀਨਾ, ਪਹਿਲਾਂ ਕਹਿੰਦੇ ਨੇ ਸੋ ਪਾਠ ਕਰਕੇ ਮਹਾਨ ਅੰਤਰਜਾਮੀ ਸਤਿਗੁਰਾਂ ਨੇ ਗਿਰਾ ਮధుਰ ਸੁੰਦਰ ਰਸ ਲੀਨਾ, ਤਾਂ ਫਿਰ ਬੜੀ ਸੁੰਦਰ ਸੋ ਬਾਣੀ ਉਚਾਰ ਕਰਕੇ ਬੜਾ ਆਨੰਦ ਮਾਣਿਆ ਹੈ। ਬਹੁਰ ਅਰਥ ਕਰ ਸਭ ਸਮਝਾਇਓ, ਫਿਰ ਅਰਥ ਕਰ ਕਰਕੇ ਗੁਰੂ ਮਹਾਰਾਜ ਜੀ ਸਮਝਾ ਰਹੇ ਨੇ। ਤਾਤ ਪਰਿਯ ਜੋਤ ਹੈ ਮਹਿ ਪਾਇਓ, ਤਾਤ ਪਰਜ ਜੋ ਵੀ ਸਿਧਾਂਤ ਸੋ ਗੀਤਾ ਦੇ ਸ਼ਲੋਕਾਂ ਵਿੱਚ ਸੀ, ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੜ੍ਹੇ ਨਹੀਂ ਕਿਸੇ ਤੋਂ, ਆਪ ਮਹਾਰਾਜ ਨੇ ਅਰਥ ਜਿਹੜੇ ਨੇ ਸੁਣਾਏ ਨੇ, ਪਿਤਾ ਜੀ ਦੇਖ ਰਹੇ ਨੇ, ਸੁਣ ਰਹੇ ਨੇ। ਸੁਨ ਕਰ ਕਾਲੂ ਕਰਤ ਵਿਚਾਰਾ, ਮਹਿਤਾ ਕਾਲੂ ਜੀ ਨੇ ਇਹ ਗੁਰੂ ਮਹਾਰਾਜ ਦੇ ਮੁਖ ਤੋਂ ਜਿਸ ਵੇਲੇ ਅਸ਼ਚਰਜ ਗਿਆਨ ਸਰਵਣ ਕੀਤਾ, ਹੈਰਾਨ ਹੋਏ ਹਨ ਤੇ ਸੋਚਦੇ ਹਨ। ਪੁਨ ਪਾਂਦੇ ਕੋ ਬਚਨ ਚਿਤਾਰਾ, ਫਿਰ ਮਨ 'ਚ ਸੋਚਦੇ ਨੇ ਭਾਈ ਪੁਰੋਹਿਤ ਜੀ ਨੇ ਸੋ ਇਹਨਾਂ ਦੀ ਕੁੰਡਲੀ ਬਣਾਉਂਦੇ ਸਮੇਂ ਜਿਹੜੇ ਬਚਨ ਕੀਤੇ ਸਨ, ਇਹਨਾਂ ਦੀ ਸੋਭਾ ਮਹਿਮਾ ਵਿੱਚ ਸਤ ਬਦਤ ਮਤ ਮਿਤ ਅਤ ਜਾ ਕੀ, ਤੋ ਸੱਚ ਹੀ ਕਹਿੰਦਾ ਸੀ ਵੀ ਇਹਨਾਂ ਦੀ ਅਕਲ ਜਿਹੜੀ ਹੈ ਬਹੁਤ ਉੱਚੀ ਹੈ। ਵੈ ਲਗ ਮਹਿ ਏਤੀ ਮਤ ਕਾ ਕੀ, ਭਾਈ ਇੰਨੀ ਛੋਟੀ ਉਮਰ ਵਿੱਚ ਇਹੋ ਜੀ ਅਕਲ ਕਿਹਦੀ ਹੋ ਸਕਦੀ ਹੈ? ਵੀ ਪਾਂਦੇ ਦੇ ਬਚਨ ਸੱਚ ਲੱਗਦੇ ਹਨ। ਦੋਹਰਾ ਜਨਕ ਗਇਓ ਸੁਨ ਕਰ ਸਦਨ, ਤੋ ਪਿਤਾ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਸੁਣ ਕਰਕੇ ਘਰ ਵਿੱਚ ਚਲਾ ਗਏ। ਨਾਨਕ ਜਨਨੀ ਸੰਗ, ਤੇ ਸੋ ਸਤਿਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਨਾਲ ਜਗਤ ਮਾਤਾ ਤ੍ਰਿਪਤਾ ਜੀ ਦੇ ਨਾਲ ਜਾ ਕੇ ਬਚਨ ਕਰਦੇ ਹਨ। ਬਚਨਨ ਸੋ ਵਰਣਨ ਕਰੀ, ਆਪਣੇ ਬਚਨਾਂ ਦੇ ਨਾਲ ਜਾ ਕਰਕੇ ਜੋ ਕੁਛ ਸਾਹਿਬ ਗੁਰੂ ਨਾਨਕ ਪਾਤਸ਼ਾਹ ਤੋਂ ਸੁਣਿਆ ਜਾ ਕੇ ਕਿਹਾ ਹੈ ਘਰੇ, ਸਭ ਬਿਦਰ ਦੇ ਉਮੰਗ, ਤੇ ਸਭ ਤਰੀਕਿਆਂ ਦਾ ਮਨ 'ਚ ਬੜਾ ਉਤਸ਼ਾਹ ਹੋ ਗਿਆ। ਚਉਪਈ ਪ੍ਰਥਮ ਜੋਤ ਕੀ ਗੁਣ ਗਨ ਗਾਏ, ਪਹਿਲਾਂ ਜੋਤਸ਼ੀ ਨੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜਨਮ ਸਮੇਂ ਦੇ ਬੜੇ ਗੁਣ ਕਹੇ ਸਨ। ਸ਼ੁਭ ਲੱਛਣ ਸਭ ਅੰਗ ਬਤਾਏ, ਤੇ ਫਿਰ ਸਰੀਰ ਨੂੰ ਵੇਖ ਕਰਕੇ ਇਹਨਾਂ ਦੇ ਸਰੀਰ ਦੇ ਅੰਗਾਂ ਦੇ ਵਿੱਚ ਅਵਤਾਰਾਂ ਵਾਲੇ ਸ਼ੁਭ ਲੱਛਣ ਦੱਸੇ ਸਨ। ਗੁਣ ਪਾਂਦੇ ਗੋਪਾਲ ਬਖਾਨਾ, ਤੇ ਫਿਰ ਗੋਪਾਲ ਪਾਂਦੇ ਨੂੰ ਕਿਹਾ ਸੀ ਪੜ੍ਹਾਓ, ਤੇ ਜਦੋਂ ਉਹਦੇ ਕੋਲ ਗਏ ਸਾਂ ਤੇ ਉਹਨੇ ਵੀ ਬੜੀ ਸ਼ੋਭਾ ਕੀਤੀ ਸੀ ਇਹਨਾਂ ਦੀ। ਸੁਤ ਤੁਮਰੋ ਅਤਸ਼ੈ ਮਤਵਾਨਾ, ਤੇ ਉਸ ਨੇ ਕਿਹਾ ਸੀ ਵੀ ਤੁਹਾਡਾ ਸੁਪੁੱਤਰ ਬਹੁਤ ਅਕਲਮੰਦ ਹੈ। ਅਬ ਬਾਰਕ ਮਹਿ ਕਾਗਦ ਲੀਨੇ, ਦੇਖੋ ਹੁਣ ਬੱਚਿਆਂ ਦੇ ਵਿੱਚ ਕਾਗਜ਼ ਲੈ ਕਰਕੇ ਬੈਠੇ ਸਨ। ਖੇਲਤ ਹੁਤੋ ਪ੍ਰੀਤ ਚਿਤ ਚੀਨੇ, ਤੇ ਬੜਾ ਪ੍ਰੀਤ ਲਾ ਕੇ ਪ੍ਰੇਮ ਲਾ ਕਰਕੇ ਚਿੱਤ ਵਿੱਚ ਖੇਲਾਂ ਖੇਲਦੇ ਸਨ। ਮੈਂ ਬੁਝਿਓ ਕਿਆ ਖੇਲ ਹੋ ਤਾਤਾ, ਤਾਂ ਮੈਂ ਪੁੱਛਿਆ, ਸਤਿਕਾਰਯੋਗ ਪਿਤਾ ਜੀ ਕਹਿੰਦੇ ਨੇ ਮੈਂ ਪੁੱਛਿਆ ਬਾਲਕ ਨੂੰ ਉਸ ਵੇਲੇ, ਸੁੰਦਰ ਗਿਰਾ ਕਹੀ ਸੁਖ ਦਾਤਾ, ਤੇ ਸੁੱਖਾਂ ਦੇ ਦਾਤੇ ਨੇ ਬੜੀ ਸੋਹਣੀ ਬਾਣੀ ਕਹੀ। ਸਬਤ ਸਲੋਕੀ ਗੀਤਾ ਭਾਖੀ, ਤਾਂ ਉਸ ਵੇਲੇ ਸਬਤ ਸਲੋਕੀ ਜੋ ਗੀਤਾ ਹੈ ਮਹਾਰਾਜ ਨੇ ਉਚਾਰਨ ਕਰਕੇ ਸੁਣਾਈ ਹੈ। ਜਨ ਪੰਡਤ ਤੇ ਪੜ ਕਰ ਰਾਖੀ, ਤੇ ਮੈਨੂੰ ਤਾਂ ਕਨੇਓ ਪ੍ਰਤੀਤ ਹੋ ਜਿਵੇਂ ਪਤਾ ਨਹੀਂ ਕਿਹੜੇ ਪੰਡਤ ਤੋਂ ਪੜ ਕੇ ਰੱਖੀ ਹੋਈ ਇਹਨਾਂ ਨੇ। ਅਬ ਤੋ ਮਤ ਗੁਣਵਾਨਨ ਜੈਸੀ, ਤੇ ਪਿਤਾ ਜੀ ਕਹਿੰਦੇ ਨੇ ਹੁਣ ਤਾਂ ਗੁਣੀ ਲੋਕਾਂ ਵਾਲੀ ਮਤ ਹੈ ਇਹਨਾਂ ਦੀ। ਵੱਡੇ ਹੋਏ ਕਿਆ ਜਾਣਹਿ ਕੈਸੀ, ਵੱਡੇ ਹੋ ਕੇ ਪਤਾ ਨਹੀਂ ਕਿਹੋ ਜਿਹੀ, ਹੁਣ ਤਾਂ ਕਹਿੰਦੇ ਗੁਣੀਆਂ ਵਾਲੀ ਮਤ ਹੈ ਇਹਨਾਂ ਦੀ ਸੋਹਣੀ। ਸੁਨ ਪੁਨ ਕਹਿਤ ਭਈ ਗੁਰ ਮਾਤਾ, ਗੁਰ ਮਾਤਾ
ਇਉਂ ਸੁਣ ਕਰਕੇ ਬਚਨ ਅੱਗੋਂ ਕਹਿੰਦੇ ਹਨ, ਸਭ ਲਛਨ ਇਹ ਮਹਿ ਬਖਿਆਤਾ, ਇਹਨਾਂ ਦੇ ਵਿੱਚ ਤਾਂ ਸ਼ੁਭ ਲੱਛਣ ਅਸੀਂ ਵੀ ਤੱਕੇ ਹਨ। ਮਾਤਾ ਜੀ ਕਹਿੰਦੇ ਹਨ, ਬਦਨ ਪ੍ਰਸੰਨ ਕਮਲ ਜਿਮ ਬਿਕਸਾ, ਦੇਖੋ ਸਾਹਿਬ ਗੁਰੂ ਨਾਨਕ ਪਾਤਸ਼ਾਹ ਸਾਡੇ ਬਾਲਕ ਦਾ ਬਦਨ ਚਿਹਰਾ ਇਵੇਂ ਹੈ ਜਿਵੇਂ ਕਮਲ ਖਿੜਿਆ ਹੋਵੇ। ਰੋਦਨ ਸ਼ਬਦ ਨਾ ਮੁਖ ਤੇ ਨਿਕਸਾ, ਆ ਦੇਖੋ ਹੁਣ ਇੰਨੀ ਅਵਸਥਾ ਸਾਡੇ ਹੱਥਾਂ 'ਚ ਇਹਨਾਂ ਦੀ ਹੋਈ, ਭਈ ਕਦੇ ਇਹਨਾਂ ਦੇ ਮੁਖ ਤੋਂ ਰੋਣ ਦੀ ਆਵਾਜ਼ ਨਹੀਂ ਹੋਈ ਹੈ। ਚਉਪਈ ਸਿਸ ਮਹਿ ਖੇਲਤ ਦੇਤ ਨਗਾਰੀ, ਫਿਰ ਬੱਚਿਆਂ ਵਿੱਚ ਖੇਲਦਿਆਂ ਕਦੇ ਕਿਸੇ ਨੂੰ ਗਾਲ ਨਹੀਂ ਕੱਢੀ ਹੈ ਇਹਨਾਂ ਨੇ। ਲਰਿਓ ਨਾ ਕਿਸ ਸਿਉ ਮਦਰ ਉਚਾਰੀ, ਫਿਰ ਕਿਸੇ ਦੇ ਨਾਲ ਲੜਾਈ ਨਹੀਂ ਕੀਤੀ, ਜਿਹਦੇ ਨਾਲ ਵੀ ਬੋਲਦੇ ਮਿੱਠਾ ਬੋਲਦੇ ਹਨ। ਇਹ ਗੁਣ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ। ਨਰ ਨਾਰੀ ਸਭ ਕਰਤ ਵਡਾਈ, ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਸਾਨੂੰ ਮਿਲਣ ਗਿਲਣ ਵਾਲੇ ਜਾਂ ਇਹਨਾਂ ਦਾ ਦਰਸ਼ਨ ਕਰਨ ਵਾਲੇ, ਸਾਰੇ ਇਹਨਾਂ ਦੀ ਸ਼ੋਭਾ ਕਰਦੇ ਹਨ। ਸੰਗ ਫਿਰ ਹੈ ਬਾਰਕ ਬਰਿਆਈ, ਤੇ ਫਿਰ ਦੇਖੋ ਬੱਚਿਆਂ ਨੂੰ ਕਿਸੇ ਨੇ ਕਿਹਾ ਨਹੀਂ, ਮੱਲੋ ਜੋਰੀ ਨਾਲ ਨਾਲ ਫਿਰਦੇ ਹਨ ਗੁਰੂ ਸਾਹਿਬ ਦੇ। ਬ੍ਰਿਧ ਨਰਨ ਜਿਉ ਭਨਹਿ ਕਹਾਣੀ, ਤੇ ਜਿਵੇਂ ਕੋਈ ਬਜ਼ੁਰਗ ਬੰਦਾ ਹੁੰਦਾ ਹੈ, ਇਸ ਤਰ੍ਹਾਂ ਨਾਲ ਬੱਚਿਆਂ ਨੂੰ ਕਹਾਣੀਆਂ ਕਥਾ ਸੁਣਾਉਂਦੇ ਹਨ। ਬਾਲ ਵਿਸਾਲ ਸੁਨਹਿ ਹਿਤ ਠਾਨੀ, ਤੇ ਸਾਰੇ ਹੀ ਬੱਚੇ ਬੜਾ ਪ੍ਰੇਮ ਲਾ ਕਰਕੇ ਸੁਣਦੇ ਹਨ ਇਹਨਾਂ ਦੇ ਮੁਖ ਤੋਂ ਕਥਾ। ਮਾਤ ਪਿਤਾ ਸੁਤ ਉਸਤਤ ਕਰ ਕਹਿ ਕਰ, ਇਸ ਤੇ ਕਨ ਮਾਤਾ ਪਿਤਾ ਸਤਿਗੁਰ ਦੋਨਾਂ ਨੇ ਬੜੀ ਉਪਮਾ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਔਰ ਆਮੋਦ ਸੰਗ ਭੇ ਗਹਿਵਰ, ਤਾਂ ਕਹਿੰਦੇ ਬੜੇ ਖੁਸ਼ੀ ਦੇ ਨਾਲ ਸਰਸਾਰ ਹੋ ਗਏ, ਹਿਰਦਾ ਭਰਿਆ ਇਹਨਾਂ ਦਾ। ਉਤ ਸ੍ਰੀ ਨਾਨਕ ਖੇਲ ਮਚਾਵਤ, ਉਧਰ ਧੰਨ ਗੁਰੂ ਨਾਨਕ ਮਹਾਰਾਜ ਜੀ ਖੇਲਾਂ ਖੇਲਦੇ ਹਨ ਬੱਚਿਆਂ ਦੇ ਨਾਲ। ਤਲਵੰਡੀ ਕੀ ਬੀਥੀ ਧਾਵਤ, ਤਲਵੰਡੀ ਨਗਰੀ ਦੀਆਂ ਬੀਥੀ ਗਲੀਆਂ ਦੇ ਵਿੱਚ ਗੁਰੂ ਸਾਹਿਬ ਭੱਜਦੇ ਨੇ ਬੱਚਿਆਂ ਦੇ ਨਾਲ। ਚੜ੍ਹੈ ਤਰੋਵਰ ਜਸਪਦ ਕੁਦ ਹੈ, ਬਾਹਰ ਨਿਕਲ ਕਰਕੇ ਦਰਖਤਾਂ ਤੇ ਚੜ੍ਹ ਜਾਂਦੇ, ਖੇਲਾਂ ਖੇਲਦੇ ਹਨ। ਸਿਸ ਕੋ ਸਿਸ ਮਿਲ ਲੋਚਨ ਮੁੰਦ ਹੈ, ਇਹ ਬੱਚਿਆਂ ਨੂੰ ਇੱਕ ਦੂਜੇ ਨੂੰ ਮਿਲ ਕਰਕੇ ਅੱਖਾਂ ਬੰਦ ਕਰਦੇ ਇੱਕ ਦੂਸਰੇ ਦੀਆਂ। ਭਾਗ ਚਲ ਹੈ ਨਹਿ ਦੇਤ ਗਹਾਈ, ਫਿਰ ਭੱਜ ਜਾਂਦੇ ਨੇ, ਇੱਕ ਦੂਸਰੇ ਨੂੰ ਫੜੇ ਨਹੀਂ ਜਾਂਦੇ ਹਨ। ਅਤ ਲਗਤਾ ਕਰ ਸ਼ੈ ਹੈ ਦਾਈ, ਤੋ ਬੜੀ ਤੇਜ਼ੀ ਦੇ ਨਾਲ ਆਪਣੀ ਮਿੱਟੀ ਦਿੰਦੇ ਨੇ, ਵਾਰੀ ਦਿੰਦੇ ਹਨ। ਇੱਕ ਇੱਕ ਕੋ ਲੈ ਕੰਧ ਉਚਾਈ, ਫਿਰ ਕੱਲੇ ਕੱਲੇ ਨੂੰ ਇੱਕ ਇੱਕ ਜਾਣਾ ਕਹਿੰਦੇ ਮੋਢਿਆਂ ਤੇ ਚੱਕ ਲੈਂਦੇ ਆ। ਜਾਹੇ ਨਿਸ਼ਾਨੀ ਜਹਾਂ ਬਨਾਈ, ਜਿੱਥੇ ਨਿਸ਼ਾਨੀ ਬਣਾਈ ਉਸ ਹੱਦ ਤੱਕ ਲੈ ਕੇ ਫਿਰ ਜਾਂਦੇ ਹਨ। ਜਹ ਬਹੁ ਧੂਰ ਬਨਾਵਹਿ ਢੇਰੀ, ਜਿੱਥੇ ਬਹੁਤ ਮਿੱਟੀ ਹੋਵੇ ਉਹਦੀਆਂ ਢੇਰੀਆਂ ਬਣਾ ਕੇ ਖੇਲਦੇ ਹਨ। ਬਦ ਬਦ ਕੂਦ ਕੁਚਲ ਕੁਲਾਲਚਨ ਕੇਰੀ, ਤੇ ਫਿਰ ਇੱਕ ਦੂਜੇ ਨਾਲ ਮਿੱਥ ਕਰਕੇ ਕੁਲਾਂਚਨ ਛਾਲਾਂ ਮਾਰਦੇ ਹਨ। ਇਸ ਪ੍ਰਕਾਰ ਖੇਲਾਂ ਖੇਲਦੇ ਹਨ। ਬੇਦੀ ਬੰਸਨ ਕੇ ਸਿਸ ਚਾਰੂ, ਚਾਰੂ ਸੁੰਦਰ ਬੇਦੀ ਬੰਸ ਦੇ ਜਿਹੜੇ ਬਾਲਕ ਹਨ, ਜਿਨ ਪਹਿਰੇ ਭੂਖਨ ਧੁਨ ਕਾਰੂ, ਜਿਨ੍ਹਾਂ ਨੇ ਗਹਿਣੇ ਪਾਏ ਹੋਏ ਨੇ ਬੜੀ ਆਵਾਜ਼ ਕਰਨ ਵਾਲੇ। ਬਹੁ ਬੈਸਨ ਕੇ ਸਿਸ ਤਿਹ ਥਾਈ, ਤੇ ਬਹੁਤ ਵੈਸਾਂ ਦੇ ਵੀ ਜਿਹੜੇ ਬੱਚੇ ਹਨ ਉਹ ਵੀ ਨਾਲ ਖੇਡਦੇ ਉਸ ਵੇਲੇ। ਕਾਕ ਪਖ ਜਿਨ ਸੀਸ ਬਨਾਈ, ਜਿਹਨਾਂ ਨੇ ਇਸ ਪ੍ਰਕਾਰ ਪਟੇ ਬਣਾਏ ਹੋਏ ਹੈ ਆਪਣੇ, ਉਹਨਾਂ ਆਪਣੇ ਸਮੇਂ ਦੇ ਮੁਤਾਬਕ, ਸੋ ਉਹ ਵੀ ਬੱਚੇ ਖੇਲਦੇ ਗੁਰੂ ਸਾਹਿਬ ਨਾਲ। ਬਿਬਰਨ ਕੇ ਬਾਲਕ ਮਿਲ ਬ੍ਰਿੰਦਾ, ਫਿਰ ਬ੍ਰਾਹਮਣਾਂ ਦੇ ਬੱਚੇ ਉਹ ਵੀ ਮਿਲ ਕੇ ਬਹੁਤ ਸਾਰੇ ਗੁਰੂ ਨਾਨਕ ਨਾਲ ਖੇਲਦੇ ਹਨ। ਖੇਲਤ ਤਜਹਿ ਨਾ ਸੰਗ ਮੁਕੰਦਾ, ਮੁਕਤੀ ਦਾਤਾ ਦਾ ਸੰਗ ਨਹੀਂ ਤਿਆਗਦੇ, ਭਾਵ ਸਾਂਝੇ ਹਨ ਗੁਰੂ ਨਾਨਕ ਸਾਹਿਬ ਜੀ ਬਾਲ ਅਵਸਥਾ ਤੋਂ। ਏਕ ਬਾਰ ਬਾਰਕ ਜੋ ਆਇਓ, ਜਿਹੜਾ ਬਾਲਕ ਇੱਕ ਵਾਰ ਗੁਰੂ ਨਾਨਕ ਨਾਲ ਖੇਲਣ ਆ ਗਿਆ, ਪੁਨ ਆਵਹਿ ਨਿਤ ਚਿਤ ਬਿਰਮਾਇਓ, ਉਹਦਾ ਐਸਾ ਚਿਤ ਪਰਚਦਾ ਪ੍ਰੇਮ ਪੈਦਾ ਹੁੰਦਾ, ਫਿਰ ਨਿਤ ਹੀ ਆਉਂਦਾ ਹੈ ਜੀ। ਪੂਰ ਭਾਗ ਜਾਗੇ ਜਿਨ ਮਾਥੇ, ਜਿਨ੍ਹਾਂ ਦੇ ਮੱਥੇ ਦੇ ਬਹੁਤੇ ਵੱਡੇ ਭਾਗ ਜਾਗੇ ਹਨ, ਉਹ ਗੁਰੂ ਨਾਨਕ ਸਾਹਿਬ ਨਾਲ ਆਣ ਕੇ ਖੇਲਾਂ ਖੇਲਦੇ ਹਨ। ਕਰਹਿ ਸਪਰਸਨ ਬੋਲਨ ਸਾਥੇ, ਸਾਹਿਬ ਗੁਰੂ ਨਾਨਕ ਸਾਹਿਬ ਨੂੰ ਸਪਰਸ਼ ਕਰਦੇ ਨੇ, ਬਚਨ ਬਿਲਾਸ ਗੁਰੂ ਸਾਹਿਬ ਨਾਲ ਕਰਦੇ ਹਨ। ਨਰਾਜ ਛੰਦ ਸਿਸੋਂ ਵਿਖੇ ਬਿਨਾ ਲਖੇ, ਤੋ ਦੇਖੋ ਬਾਲਕਾਂ ਦੇ ਵਿੱਚ ਲੋਕਾਂ ਨੂੰ ਕਿਸੇ ਨੂੰ ਪਤਾ ਨਹੀਂ ਬਿਨਾਂ ਜਾਣੇ ਤੋਂ, ਅਖੇਲ ਖੇਲ ਖੇਲਹੀ, ਜੋ ਅਖੇਲ ਰੂਪ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਖੇਲਾਂ ਖੇਲਦੇ ਹਨ। ਮਿਲਾਈ ਬ੍ਰਿੰਦ ਬਾਲਕੋ, ਇਕੱਠੇ ਕਰਕੇ ਬਹੁਤ ਸਾਰੇ ਬੱਚਿਆਂ ਨੂੰ ਕਹੇਲ ਲਾਲ ਮਹਿਲ ਮੇਲਹੀ, ਤੋ ਬਹੁਤ ਸਾਰੀਆਂ ਬੁਝਾਰਤਾਂ ਪਾਉਂਦੇ ਹਨ। ਧਰਾ ਸਰੀਰ ਹੇਤ ਦੰਭ, ਤੋ ਮਹਾਰਾਜ ਨੇ ਸਰੀਰ ਧਾਰਨ ਕੀਤਾ ਹੈ। ਮਾਨ ਕੋ ਨਿਕੰਦਨਾ,
ਪਖੰਡ ਨੂੰ ਤੇ ਹੰਕਾਰ ਨੂੰ ਕੱਟਣ ਵਾਸਤੇ ਸਰੀਰ ਧਾਰਿਆ ਗੁਰੂ ਸਾਹਿਬ ਨੇ। ਸੰਤੋਖ ਸਿੰਘ ਬੰਦ ਦੋ, ਕਵੀ ਸੰਤੋਖ ਸਿੰਘ ਕਹਿੰਦੇ ਮੈਂ ਦੋਵੇਂ ਹੱਥ ਜੋੜ ਕਰਕੇ ਕਰੀ ਮੁਕੰਦ ਬੰਦਨਾ। ਐਸੇ ਮੁਕਤੀ ਦਾਤਾ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਅਧਿਆਇ 8ਵਾਂ ਕਬਿਤ। ਬਾਨ ਜਿਮ ਲਸ ਪਰ, ਬੀਰ ਭਦਰ ਦਸ ਪਰ। ਹੁਣ ਕਵੀ ਜੀ ਅਗਲਾ ਅਧਿਆਇ ਸ਼ੁਰੂ ਕਰਦੇ ਹੋਏ ਮੰਗਲਾਚਰਨ ਕਰਦੇ ਹਨ ਤੋ ਉਚਾਰਦੇ ਨੇ ਕਿ ਜਿਸ ਤਰ੍ਹਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਸਿੱਖ ਤਿਆਰ ਕੀਤਾ ਹੈ ਉਸ ਦੀ ਕਿਹੋ ਜਿਹੀ ਆਤਮ ਸ਼ਕਤੀ ਹੈ। ਤੋ ਵਰਣਨ ਕਰਦੇ ਨੇ ਕਿ ਜਿਸ ਤਰੀਕੇ ਦੇ ਨਾਲ ਬਾਣ ਜਿਮ ਲੱਛ ਪਰ, ਜਿਵੇਂ ਕਿਸੇ ਸੂਰਮੇ ਦਾ ਧਨਕ ਵਿੱਚੋਂ ਬਾਣ ਜਿਹੜਾ ਹੈ ਸੋ ਲੱਛ ਨਿਸ਼ਾਨੇ ਤੇ ਜਿਵੇਂ ਭਾਰੂ ਹੁੰਦਾ ਹੈ, ਜਿਸ ਤਰੀਕੇ ਦੇ ਨਾਲ ਸੋ ਇਸ ਤਰੀਕੇ ਨਾਲ ਵੀਰ ਭੱਦਰ ਦਸ ਪਰ। ਤੋ ਜਿਸ ਤਰੀਕੇ ਨਾਲ ਵੀਰ ਭੱਦਰ ਜਿਹੜਾ ਸੀ ਸੋ 10 ਪ੍ਰਜਾਪਤੀ ਦੇ ਉੱਤੇ ਜਿਵੇਂ ਭਾਰੂ ਹੋਇਆ ਸੀ। ਇਹ ਇੱਕ ਪੁਰਾਤਨ ਸੋ ਕਥਾ ਹੈ ਕਿ ਜੋ 10 ਪ੍ਰਜਾਪਤੀ ਜੀ ਸਨ ਉਹਨਾਂ ਦੀ ਸੁਪੁੱਤਰੀ ਸੀ ਪਾਰਵਤੀ ਜੀ, ਜਿਨ੍ਹਾਂ ਦੀ ਸ਼ਾਦੀ ਜਿਹੜੀ ਸੀ ਸ਼ਿਵਜੀ ਮਹਾਰਾਜ ਨਾਲ ਕੀਤੀ ਗਈ। ਇਹਦੇ ਵਿੱਚ ਭਾਈ ਵੀਰ ਸੋਹਣਾ ਨੂੰ ਖੋਜ ਕਰਕੇ ਇਉਂ ਦੱਸਿਆ ਹੈ ਕਿ ਜਿਹੜੇ 10 ਜੀ ਸਨ ਇਹ ਆਰੀਆ ਸਮਾਜੀਆਂ ਦੇ ਮੁਖੀ ਹੋਏ ਨੇ ਤੇ ਸ਼ਿਵਜੀ ਮਹਾਰਾਜ ਜਿਹੜੇ ਨੇ ਇਸ ਪ੍ਰਕਾਰ ਇਹ ਹਿੰਦੂਆਂ ਦੇ ਮੁਖੀ ਹੋਏ ਹਨ। ਆਪਸ ਵਿੱਚ ਇਹਨਾਂ ਦਾ ਸੁਰ ਰਲਦਾ ਨਹੀਂ ਸੀ। 10 ਪ੍ਰਜਾਪਤ ਨੇ ਜੱਗ ਕੀਤਾ ਤਾਂ ਪਾਰਵਤੀ ਮੱਲੋ ਜੋਰੀ ਗਈ, ਪਰ ਉੱਥੋਂ ਜਦੋਂ ਸ਼ਿਵਜੀ ਮਹਾਰਾਜ ਦੀ ਸਹੀ ਪੂਜਾ ਨਾ ਕੀਤੀ ਤਾਂ ਉਸ ਵੇਲੇ ਪਾਰਵਤੀ ਹਵਨ ਕੁੰਡ ਵਿੱਚ ਛਾਲ ਮਾਰ ਕਰਕੇ ਸਤੀ ਹੋ ਗਈ। ਤੇ ਜਦੋਂ ਆ ਕਰਕੇ ਸ਼ਿਵਜੀ ਮਹਾਰਾਜ ਨੂੰ ਖਬਰ ਮਿਲੀ ਤੇ ਉਹਨਾਂ ਨੇ ਆਪਣਾ ਵੀਰ ਭੱਦਰ ਜਿਹੜਾ ਸੀ ਸੂਰਮਾ ਉੱਥੇ ਭੇਜਿਆ ਸੀ, ਜਾ ਕੇ ਸਾਰਾ ਜੱਗ ਦਾ ਖੰਡਨ ਕੀਤਾ ਸੀ ਉਸਨੇ। ਤੇ ਉਹਦੇ ਬਾਰੇ ਦੱਸ ਰਹੇ ਨੇ ਵੀਰ ਭੱਦਰ ਦਛ ਪਰ, ਜਿਸ ਤਰ੍ਹਾਂ ਜਾ ਕੇ ਹਾਵੀ ਹੋਇਆ ਸੀ ਵੀਰ ਭੱਦਰ ਜਿਹੜਾ ਸੀ ਨਦੀ ਮਦ ਮੱਛ ਪਰ। ਜਿਸ ਤਰੀਕੇ ਨਾਲ ਪਾਣੀ ਦੇ ਵਿੱਚ ਮੱਛ ਹੋਵੇ, ਦਾਸ ਜਾਲ ਪਾਨ ਹੈ। ਜਿਵੇਂ ਝੀਵਰ ਹੁੰਦਾ ਜਾਲ ਪਾਉਣ ਵਾਲਾ, ਜਿਵੇਂ ਉਹ ਬਲੀ ਹੁੰਦਾ ਹੈ ਜਾਲ ਪਾ ਕੇ ਫੜ ਲੈਂਦਾ। ਸ਼ੇਰ ਜਿਮ ਭੱਛ ਪਰ, ਜਿਸ ਤਰ੍ਹਾਂ ਸ਼ੇਰ ਆਪਣੇ ਸ਼ਿਕਾਰ ਤੇ ਜਿਵੇਂ ਭਾਰੂ ਹੁੰਦਾ ਹੈ। ਬਾਜ ਜਿਮ ਪਛ ਪਰ, ਤੇ ਬਾਜ ਜਿਵੇਂ ਕਿਸੇ ਪੰਛੀ ਤੇ ਸ਼ਿਕਾਰ ਕਰਨ ਵਾਸਤੇ ਜਿਵੇਂ ਝਪਟ ਕਰਦਾ ਹੈ। ਕਹਿੰਦੇ ਨੇ ਭਈ ਸਭ ਤੋਂ ਤੇਜ਼ ਰਫ਼ਤਾਰ ਬਾਜ ਦੀ ਹੈ ਉਡਾਰੀ ਮਾਰਨ ਦੀ। ਜਦੋਂ ਇਹ ਮਿਸ ਲੈਂਦਾ ਨਾ ਕਿਸੇ ਪੰਛੀ ਨੂੰ ਧਰਤੀ ਦੇ ਉੱਤੇ, ਇਹਨੂੰ ਸ਼ਿਕਾਰ ਕਰਨਾ ਹੈ ਭਾਈ 500 ਮੀਲ ਦੀ ਸਪੀਡ ਨਾਲ ਕਹਿੰਦੇ ਇੱਕਦਮ ਐਸੀ ਝਪਟ ਮਾਰਦਾ ਕੋਈ ਵੀ ਇਹਦੇ ਪੰਜੇ ਤੋਂ ਨਿਕਲ ਨਹੀਂ ਸਕਦਾ, ਇੰਨੀ ਤੇਜ਼ੀ ਦੇ ਨਾਲ ਝਪਟ ਮਾਰਦਾ। ਕਹਿੰਦੇ ਜਿਸ ਤਰ੍ਹਾਂ ਬਾਜ ਜਿਹੜਾ ਹੈ ਉਹ ਆਪਣੇ ਸ਼ਿਕਾਰ ਤੇ ਜਿਵੇਂ ਟੁੱਟ ਕੇ ਪੈਂਦਾ ਹੈ। ਚੰਡ ਬਿੜਾ ਲਾਛ ਪਰ, ਤੇ ਜਿਵੇਂ ਸੋ ਚੰਡੀ ਸ਼ਕਤੀ ਜਿਹੜੀ ਹੈ ਬਿੜਾ ਲਾਸ਼ ਬਿੱਲੇ ਦੀਆਂ ਅੱਖਾਂ ਵਾਲਾ ਇੱਕ ਦੈਂਤ ਹੋਇਆ, ਜਿਸ ਨੂੰ ਇਸ ਪ੍ਰਕਾਰ ਚੰਡੀ ਦੀ ਵਾਰ ਵਿੱਚ ਜ਼ਿਕਰ ਆਉਂਦਾ ਹੈ। ਚੰਡੀ ਨੇ ਮਾਰਿਆ ਸੀ ਕੀਨ ਦੁਤੇ ਹਾਨ ਹੈ। ਇਹਨਾਂ ਦੀ ਸੋਭਾ ਜਿਸ ਤਰ੍ਹਾਂ ਇਹ ਹਾਨ ਕਰ ਦਿੰਦੇ ਹਨ। ਰਾਮ ਛਿਤਪਾਲ ਪਰ, ਜਿਵੇਂ ਇਹ 3 ਰਾਮ ਹੋਏ ਹਨ। ਸੋ ਕਹਿੰਦੇ ਨੇ ਜਿਸ ਪ੍ਰਕਾਰ ਛਿਤ ਧਰਤੀ ਤੇ ਰਾਜੇ ਕਰਦੇ ਸਨ ਖੱਤਰੀ ਰਾਜੇ, ਤਾਂ ਇਹ ਜਿਹੜੇ ਸੋ ਇਸ ਪ੍ਰਕਾਰ ਪਰਸ਼ੁਰਾਮ ਹੋਇਆ ਇਹ ਪੰਡਤ ਬ੍ਰਾਹਮਣਾਂ ਦੇ ਘਰ ਜਨਮ ਸੀ। ਇਸ ਪ੍ਰਕਾਰ ਇਸ ਨੇ ਜਿਸ ਤਰ੍ਹਾਂ ਧਰਤੀ ਦੇ ਰਾਜਿਆਂ ਦੇ ਉੱਤੇ 21 ਵਾਰ ਇਹਨਾਂ ਨੂੰ ਮਾਰ ਕੇ ਇਹਨਾਂ ਦੇ ਖੂਨ ਦੇ ਨਾਲ ਕੁੰਡ ਭਰ ਕੇ ਉਹਦੇ 'ਚ ਇਸ਼ਨਾਨ ਕਰਕੇ ਬ੍ਰਾਹਮਣਾਂ ਨੂੰ ਰਾਜ ਦਿੱਤਾ ਸੀ। ਜਿਵੇਂ ਪਰਸ਼ੁਰਾਮ ਜਿਹੜਾ ਸੀ ਛਿਤਪਾਲ ਖੱਤਰੀ ਰਾਜਿਆਂ ਦੇ ਉੱਤੇ ਭਾਰੂ ਸੀ। ਰਾਮ ਸੁਰਸਾਲ ਪਰ, ਤੇ ਜਿਵੇਂ ਸੁਰਸਾਲ ਦੇਵਤਿਆਂ ਨੂੰ ਦੁੱਖ ਦੇਣ ਵਾਲਾ ਸੀ ਰਾਵਣ, ਭਗਵਾਨ ਰਾਮਚੰਦਰ ਜੀ ਜਿਵੇਂ ਉਹਨਾਂ ਤੇ ਭਾਰੂ ਹੋਏ ਸਨ। ਰਾਮ ਮਗਪਾਲ ਪਰ, ਤੇ ਰਾਮ ਬਲਰਾਮ ਜੀ ਭਗਵਾਨ ਕ੍ਰਿਸ਼ਨ ਦੇ ਭਰਾਤਾ ਜੀ। ਸੋ ਮਗਧ ਦੇਸ਼ ਜਿਹੜਾ ਹੈ ਇਹ ਸੀ ਇਸ ਪ੍ਰਕਾਰ ਜੋ ਪਟਨੇ ਸਾਹਿਬ ਦਾ ਇਲਾਕਾ। ਸੋ ਇਸ ਪ੍ਰਕਾਰ ਮਗਧ ਸੋ ਉਸ ਪ੍ਰਕਾਰ ਤੇ ਉੱਥੇ ਦਾ ਰਾਜਾ ਜਿਹੜਾ ਸੀ ਉਹ ਸੀ ਜਰਾਸੰਧ। ਤੇ ਜਰਾਸੰਧ ਜਿਹੜਾ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ ਸੀ। ਤੇ ਜਿਵੇਂ ਸੋ ਜਾ ਕਰਕੇ ਬਲਰਾਮ ਜੀ ਨੇ ਇਸ ਪ੍ਰਕਾਰ ਉਸ ਨੂੰ ਇਸ ਪ੍ਰਕਾਰ ਜਾ ਕਰਕੇ ਭਾਰੂ ਹੋ ਕਰਕੇ ਹਰਾਇਆ ਸੀ। ਜਿਸ ਤਰੀਕੇ ਨਾਲ ਉਹ ਭਾਰੂ ਹੋਏ ਹਨ, ਜੈਸੇ ਸਾਵਧਾਨ ਹੈ। ਜਿਸ ਤਰੀਕੇ ਨਾਲ ਸਾਵਧਾਨ ਹੋ ਕਰਕੇ ਭਾਰੂ ਹੋਏ ਉਹਨਾਂ ਤੇ। ਸ਼ਕਰ ਜਿਮ ਕੋਹ ਪਰ, ਸ਼ਕਰ ਨਾਮ ਇੰਦਰ ਜਿਹੜਾ ਹੈ ਜਿਵੇਂ ਪਹਾੜਾਂ ਤੇ ਪਿਆ ਸੀ। ਕਹਿੰਦੇ ਪਹਾੜਾਂ ਨਾਲ ਜੰਗ ਕੀਤਾ ਸੀ ਇੰਦਰ ਨੇ ਇੱਕ ਵਾਰ। ਕਹਿੰਦੇ ਪਹਾੜਾਂ ਨੂੰ ਖੰਭ ਹੁੰਦੇ ਸੀ,
ਇਸ ਪ੍ਰਕਾਰ ਇਹ ਉੱਡ ਕੇ ਇੱਕ ਦੂਜੇ ਥਾਂ ਚਲੇ ਜਾਂਦੇ ਸੀ। ਤਾਂ ਇਸ ਇੰਦਰ ਨੇ ਜਿਵੇਂ ਸੋ ਮਾਰ ਕੇ ਤੀਰ ਧਨਖ ਦੇ ਵਿੱਚੋਂ ਤੇ ਉਹਨਾਂ ਦੇ ਖੰਭ ਤੋੜ ਦਿੱਤੇ ਸਨ ਤੇ ਇੱਕ ਥਾਂ ਇਕੱਠੇ ਕਰਤੇ ਸਨ। ਚੱਕਰ ਹਰ ਦਰੋਹ ਪਰ, ਜਿਵੇਂ ਭਗਵਾਨ ਵਿਸ਼ਨੂੰ ਮਹਾਰਾਜ ਦਾ ਚੱਕਰ ਦਰੋਹੀ ਜ਼ਾਲਮ ਲੋਕਾਂ ਦੇ ਉੱਪਰ ਭਾਰੂ ਹੈ, ਗੁਰੂ ਸਿੱਖ ਮੋਹ ਪਰ, ਇਸ ਤਰ੍ਹਾਂ ਹੀ ਗੁਰੂ ਦਾ ਸਿੱਖ ਜਿਹੜਾ ਉਹ ਮੋਹ ਦੇ ਉੱਤੇ ਤੈਸੇ ਬਲਵਾਨ ਹੈ। ਇਸੇ ਤਰ੍ਹਾਂ ਹੀ ਬਲੀ ਹੈ ਗੁਰੂ ਦਾ ਸਿੱਖ ਮੋਹ ਨੂੰ ਜਿੱਤ ਲੈਂਦਾ ਹੈ। ਭਾਵ ਹੈ ਕਿ ਸਾਹਿਬ ਗੁਰੂ ਨਾਨਕ ਦਾ ਸਾਜਿਆ ਸਿੱਖ ਜਿਹੜਾ ਹੈ ਇਸ ਪ੍ਰਕਾਰ ਉਹ ਮੋਹ ਦੇ ਉੱਤੇ ਆਪਣਾ ਕਾਬੂ ਪਾ ਲੈਂਦਾ ਹੈ। ਦੋਹਰਾ ਕਹਿ ਬਾਲਾ ਸ੍ਰੀ ਗੁਰੂ ਜੀ, ਬਾਲਾ ਜੀ ਕਹਿੰਦੇ ਹਨ, ਹੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ, ਸੁਨੋ ਕਥਾ ਇਤਿਹਾਸ, ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਕਥਾ ਸਰਵਣ ਕਰੋ। ਜੈਸੇ ਭਾਂਤ ਹਰ ਖੇਲ ਹੀ, ਜਿਸ ਤਰੀਕੇ ਦੇ ਨਾਲ ਹਰੀ ਗੁਰੂ ਨਾਨਕ ਪਰਮੇਸ਼ਰ ਦਾ ਰੂਪ ਖੇਲਾਂ ਖੇਲਦੇ ਹਨ। ਕਟਤ ਜੋ ਕਲਮਲ ਦਾਸ, ਤੋ ਜੋ ਇਸ ਪ੍ਰਕਾਰ ਆਪਣੇ ਸੇਵਕਾਂ ਦੇ ਸੋ ਕੱਟਦੇ ਹਨ ਕਲੇਸ਼ਾਂ ਨੂੰ ਜੀ। ਸਵਈਆ ਬਾਲਕ ਸੋ ਮਿਲ ਖੇਲਤ ਖੇਲਨ, ਸੋ ਬੱਚਿਆਂ ਦੇ ਨਾਲ ਮਿਲ ਕਰਕੇ ਗੁਰੂ ਨਾਨਕ ਸਾਹਿਬ ਖੇਲਾਂ ਖੇਲਦੇ ਹਨ। ਲਾਲ ਬਲੋਕਤ ਤਾਤ ਦੁਲਾਰੈ, ਤੋ ਇਸ ਪ੍ਰਕਾਰ ਪਿਤਾ ਦੇਖ ਦੇਖ ਕੇ ਬੜਾ ਲਾਡ ਕਰਦੇ ਹਨ। ਸੁੰਦਰ ਭੂਖਨ ਚੀਰ ਸਰੀਰ ਧਰੇ, ਤੋ ਸੋਹਣੇ ਸੋਹਣੇ ਵਸਤਰ ਤੇ ਗਹਿਣੇ ਸਰੀਰ ਤੇ ਧਾਰਨ ਕੀਤੇ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ। ਤਲਵੰਡੀ ਕੀ ਬੀਥੀ ਬਿਹਾਰੈ, ਤੋ ਤਲਵੰਡੀ ਦੀਆਂ ਗਲੀਆਂ ਵਿੱਚ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਸੋ ਬਿਹਾਰਾਂ ਵਿਚਰਦੇ ਹਨ। ਦੌਰ ਚਲੇ ਕਬ ਬੈਸ ਰਹੈ, ਕਦੇ ਭੱਜਦੇ ਨੇ ਤੇ ਕਦੇ ਬੈਠ ਜਾਂਦੇ ਹਨ ਸਾਰੇ। ਕਬਹੂ ਮਧੁਰੇ ਮੁਖ ਬੈਨ ਉਚਾਰੈ, ਤੇ ਕਦੇ ਮਹਾਰਾਜ ਬੱਚਿਆਂ 'ਚ ਬੈਠ ਕਰਕੇ ਮਿੱਠੇ ਮਿੱਠੇ ਬਚਨ ਉਚਾਰਦੇ ਹਨ। ਭੋਜਨ ਮਾਤ ਤੇ ਲੈ ਕਰ ਖਾਤ, ਤੋ ਮਾਤਾ ਜੀ ਤੋਂ ਲੈ ਕੇ ਭੋਜਨ ਛਕਦੇ ਹਨ। ਵਾਵਤ ਹੇਰਤ ਹੋ ਬਲਹਾਰੈ, ਤੋ ਮਾਤਾ ਜੀ ਵੇਖ ਕਰਕੇ ਬਲਹਾਰ ਹੁੰਦੇ ਹਨ ਆਪਣੇ ਬਾਲਕ ਤੋਂ। ਇਕ ਬਾਸੁਰ ਕਾਲੂ ਵਿਚਾਰ ਕੀਓ, ਇੱਕ ਦਿਨ ਮਹਿਤਾ ਕਾਲੂ ਜੀ ਨੇ ਮਨ ਵਿੱਚ ਵਿਚਾਰ ਕੀਤਾ ਹੈ, ਪੜਨੇ ਬਿਨ ਨਾਨਕ ਬੈਸ ਬਿਹਾਈ, ਤੇ ਮੇਰਾ ਬਾਲਕ ਜਿਹੜਾ ਹੈ ਸੋ ਪੜ੍ਹਾਈ ਤੋਂ ਬਿਨਾ ਇਸ ਆਪਣਾ ਸਮਾਂ ਗੁਜ਼ਾਰ ਰਹੇ ਹਨ। ਕੌਣ ਸੀ ਕਾਰ ਕਰੇ ਗੁਜ਼ਾਰਨ, ਤੋ ਵੱਡੇ ਹੋ ਕਰਕੇ ਕਿਹੜਾ ਕੰਮ ਕਰਨਗੇ ਆਪਣੀ ਰੋਜੀ ਕਮਾਉਣ ਵਾਸਤੇ। ਕਹਾਂ ਕਰਕੇ ਧਨ ਲੇਹ ਕਮਾਏ, ਕੀ ਕੰਮ ਕਰਕੇ ਧਨ ਦੀ ਕਮਾਈ ਕਰਨਗੇ ਇਹ। ਨਿਜ ਕਾਰ ਕੀ ਰੀਤ ਬਿਨਾ ਨਾ ਬਨੇ ਕ੍ਰਿਤ, ਇਸ ਵਾਸਤੇ ਆਪਣੇ ਪੜ੍ਹਾਈ ਤੋਂ ਬਿਨਾ ਆਪਣੀ ਕੁਲ ਦੀ ਕਾਰ ਤੋਂ ਬਿਨਾ ਕਹਿੰਦੇ ਨੇ ਫਿਰ ਕਮਾਈ ਨਹੀਂ ਹੁੰਦੀ ਹੈ। ਜੇ ਕਰ ਹੈ ਜਗ ਨਿੰਦ ਅਲਾਏ, ਜੇ ਆਪਣੀ ਕੁਲ ਦੀ ਮਰਜ਼ਾਦਾ ਛੱਡ ਕੇ ਹੋਰ ਕੋਈ ਕੰਮ ਕਰੂਗਾ ਕਹਿੰਦੇ ਫਿਰ ਦੁਨੀਆ ਨਿੰਦਿਆ ਕਰਦੀ ਆ ਵੀ ਦੇਖੋ ਐਡੀ ਉੱਚੀ ਕੁਲ ਦੇ ਹੋ ਕਰਕੇ ਕਿਹੋ ਜਿਹੇ ਕੰਮ ਕਰਦੇ ਨੇ। ਇਸ ਵਾਸਤੇ ਸੋ ਇਹ ਵਿਦਿਆ ਪੜ੍ਹਦੇ ਨਹੀਂ, ਇਸ ਵਾਸਤੇ ਇਹਨੂੰ ਵਿਦਿਆ ਪੜ੍ਹਾਉਣੀ ਚਾਹੀਦੀ ਹੈ। ਅਬ ਮੋਕੋ ਜੋਗ ਪੜਾਵਨ ਹੈ ਵੱਡ ਹੋਏ, ਕਿਉਂਕਿ ਹੁਣ ਮੈਨੂੰ ਯੋਗ ਹੈ ਕਿ ਇਹਨਾਂ ਨੂੰ ਵਿਦਿਆ ਪੜ੍ਹਾਈਏ। ਜਬੇ ਨਾ ਪੜਿਓ ਤਬ ਜਾਏ, ਤੇ ਇਸ ਪ੍ਰਕਾਰ ਜੇ ਵੱਡੇ ਹੋ ਕਰਕੇ ਇਹ ਹੁਣ ਨਾ ਪੜ੍ਹੇ ਤਾਂ ਲੈ ਸੁਤ ਨਾਨਕ ਸੰਗ ਚੱਲਿਓ ਜਹੈ, ਤਾਂ ਕਹਿੰਦੇ ਨੇ ਲੈ ਕਰਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਚੱਲ ਪਏ ਹਨ ਪਿਤਾ ਜੀ। ਪਾਰਸੀ ਬਾਲ ਪੜ੍ਹੇ ਮਿਲ ਬ੍ਰਿੰਦਾ, ਜਿੱਥੇ ਬੱਚੇ ਮਿਲ ਕਰਕੇ ਫਾਰਸੀ ਪੜ੍ਹ ਰਹੇ ਸਨ। ਬੈਸਿਓ ਮੁਲਾਨੇ ਕੇ ਜਾਏ ਸਮੀਪ, ਤੋ ਮੁੱਲਾਂ ਦੇ ਕੋਲ ਜਾ ਕਰਕੇ ਇਸ ਪ੍ਰਕਾਰ ਸੋ ਬੈਠ ਗਏ ਹਨ। ਕਹੇ ਹਿਤ ਸੋ ਬਚ ਆਰਤ ਮੰਦਾ, ਤਾਂ ਬੜੇ ਦੁਖੀ ਹਿਰਦੇ ਨਾਲ ਸੋ ਉਸ ਮੁੱਲਾਂ ਨੂੰ ਜਾ ਕਰਕੇ ਪਿਤਾ ਕਲਿਆਣ ਚੰਦ ਜੀ ਕਹਿੰਦੇ ਹਨ, ਮੈਂ ਸੁਤ ਹੇਤ ਸੋ ਦੇਹੋ ਪੜਾਈ, ਕਿ ਮੇਰੇ ਇਸ ਪੁੱਤਰ ਨੂੰ ਪ੍ਰੇਮ ਨਾਲ ਤੂੰ ਫਾਰਸੀ ਪੜ੍ਹਾ ਦੇ। ਵੱਡੇ ਇਹ ਤੂਰਨ ਹੈ ਮਤਵੰਦਾ, ਹੈ ਸਿਆਣਾ ਮੇਰਾ ਬਾਲਕ ਛੇਤੀ ਪੜ ਜਾਏਗਾ, ਤੂੰ ਇਹਨਾਂ ਨੂੰ ਵਿਦਿਆ ਪੜ੍ਹਾ ਦੇ। ਰੋਜ਼ ਭਲੋ ਮੁਝ ਦੇਹੋ ਬਤਾਈ, ਤੇ ਇੰਜ ਕਰੋ ਮੈਨੂੰ ਜਿਹੜਾ ਚੰਗਾ ਦਿਨ ਹੈ ਕੋਈ ਉਹ ਦੱਸ ਦਿਓ, ਮੈਂ ਉਸ ਦਿਨ ਲਿਆਣ ਕੇ ਪੜ੍ਹਨੇ ਪਾਵਾਂ ਤੁਹਾਡੇ ਕੋਲ। ਬੈਸਾਬ ਹੋ ਆਨ ਪੜੇ ਤੋ ਅਨੰਦਾ, ਤੋ ਮੈਂ ਤੁਹਾਡੇ ਕੋਲ ਬਿਠਾ ਦੂੰਗਾ, ਫਿਰ ਆਣ ਕੇ ਤੁਹਾਡੇ ਕੋਲ ਫਿਰ ਪੜ੍ਹਨਗੇ। ਕਬਿਤ ਬੈਨ ਜੋ ਮੁਲਾਨੇ ਭਨੇ, ਸੁਬਹ ਦਿਵਸ ਭਲੋ, ਤਾਂ ਕਹਿੰਦੇ ਨੇ ਉਸ ਮੁੱਲਾ ਨੇ ਕਿਹਾ ਸੋ ਮਹਿਤਾ ਸਾਹਿਬ ਜੀ ਕੱਲ ਨੂੰ ਦਿਲ ਚੰਗਾ ਹੈ। ਮਕਤਬ ਮਾਹੀ ਫਰੂ ਜੰਗ ਜੰਦ ਕੋ ਬਿਠਾਈਏ, ਤੋ ਇਸ ਮੇਰੀ ਮਕਤਬ ਵਿੱਚ ਇਹ ਫਾਰਸੀ ਦੇ ਅੱਖਰ ਆ ਗਏ ਨੇ। ਮਕਤਬ
ਉਧਰ ਪਾਠਸ਼ਾਲਾ ਸੀ ਗੋਪਾਲ ਪਾਂਧੇ ਦੀ, ਇੱਧਰ ਮਕਤਬ ਜਿਹਨੂੰ ਅਸੀਂ ਇੰਗਲਿਸ਼ ਸਕੂਲ ਕਹਿੰਦੇ ਨੇ। ਸੋ ਕਹਿੰਦੇ ਮੇਰੀ ਮਕਤਬ ਵਿੱਚ ਲਿਆ ਕਰਕੇ ਆਪਣੇ ਫਰਜ਼ੰਦ ਸੁਪੁੱਤਰ ਨੂੰ ਸੋ ਮੇਰੇ ਪਾਸ ਪੜ੍ਹਨੇ ਪਾ ਦਿਓ, ਕੱਲ ਨੂੰ ਦਿਨ ਠੀਕ ਹੈ। ਖੇਤ ਸੋ ਪੜਾਉ ਨਾ ਖਿਲਾਫ ਤੁਝ ਸੰਗ ਗਾਉ। ਬੜੇ ਪ੍ਰੇਮ ਦੇ ਨਾਲ ਮੈਂ ਪੜ੍ਹਾਵਾਂਗਾ, ਮੈਂ ਤੁਹਾਡੇ ਉਲਟ ਨਹੀਂ ਕੋਈ ਗੱਲ ਕਹਿ ਰਿਹਾ ਹਾਂ। ਢੇਰੋਂ ਹੋਸਵੰਦ ਅਬ ਧਾਮ ਨਿਜ ਜਾਈਏ। ਮੈਂ ਦੇਖ ਲਿਆ ਹੈ ਬੱਚਾ ਸਿਆਣਾ ਹੈ, ਸੋਹਣਾ ਪੜ੍ਹ ਜਾਏਗਾ। ਹੁਣ ਤੁਸੀਂ ਘਰ ਜਾਓ, ਕੱਲ ਨੂੰ ਆਇਓ ਤੇ ਮੈਂ ਪੜ੍ਹਾਈ ਸ਼ੁਰੂ ਕਰਾਉਂਗਾ। ਕਾਲੂ ਤਬ ਗਇਓ ਰੈਨ ਭਈ ਖਾਨ ਪਾਨ ਕੀਓ। ਮਹਿਤਾ ਕਾਲੂ ਜੀ ਘਰ ਵਿੱਚ ਗਏ ਨੇ, ਰਾਤ ਹੋ ਗਈ ਹੈ, ਭੋਜਨ ਪ੍ਰਸ਼ਾਦ ਛਕਿਆ ਪ੍ਰੇਮ ਦੇ ਨਾਲ। ਹੋਰ ਸੋ ਬਹੋਰ ਉਠ ਦੇਖਿਓ ਸੁਖਦਾਈਏ। ਤੋ ਸਵੇਰੇ ਉੱਠ ਕਰਕੇ ਸੁੱਖਾਂ ਦੇ ਦਾਤੇ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਮਹਾਨ ਨੂੰ ਤੱਕਿਆ ਹੈ। ਨਾਨਕ ਕੋ ਸੰਗ ਲੈ ਬੈਨ ਸੋ ਦਿਲਾਸੋ ਦੇ। ਤੋ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਨਾਲ ਲਿਆ ਤੇ ਮਹਿਤਾ ਕਾਲੂ ਜੀ ਬੜੇ ਦਿਲਾਸੇ ਦੇ ਪ੍ਰੇਮ ਦੇ ਬਚਨ ਕਹਿ ਰਹੇ ਹਨ। ਪੜੋ ਕਰ ਪ੍ਰੀਤ ਨੀਤ ਕਤਹੂ ਨਾ ਧਿਆਈਏ। ਇਸ ਵਾਸਤੇ ਤੋ ਕਹਿੰਦੇ ਹਨ ਤੁਸੀਂ ਬੜੇ ਪ੍ਰੇਮ ਦੇ ਨਾਲ ਹੁਣ ਤੁਸੀਂ ਪੜ੍ਹਾਈ ਕਰ ਲਓ, ਹੁਣ ਹੋਰ ਕਿਸੇ ਪਾਸੇ ਨਾ ਭੱਜਿਓ, ਨਿਤ ਦੌੜਿਆ ਨਾ ਕਰੋ। ਹੁਣ ਮਕਤਬ ਆਏ ਏਕ ਕਾਰਖ ਦੀਨੋ। ਤੋ ਆ ਕਰਕੇ ਮਕਤਬ ਵਿੱਚ ਉਸ ਮੁੱਲਾ ਨੂੰ ਇੱਕ ਕਾਰਖ 1 ਰੁਪਈਆ ਦਿੱਤਾ ਉਸ ਵੇਲੇ। ਕਾਲੂ ਕੁਸ਼ਕ ਮਠਾਈ ਬਾਟ ਪਟਿਆ ਲਿਖਾਈ ਹੈ। ਤੋ ਕੁਝ ਕੁ ਮਠਿਆਈ ਵੰਡ ਦਿੱਤੀ ਬੱਚਿਆਂ ਦੇ ਵਿੱਚ ਤੇ ਵਿਦਿਆ ਸ਼ੁਰੂ ਕਰ ਦਿੱਤੀ। ਸਾਹਿਬ ਗੁਰੂ ਨਾਨਕ ਸਾਹਿਬ ਨੂੰ ਪੱਟੀ ਲਿਖਾਈ ਹੈ। ਮੁੱਲਾ ਨੇ ਕਲਮ ਗਹਿ ਅਵਲ ਅਲਫ ਲਿਖ। ਮੁੱਲਾ ਨੇ ਕਲਮ ਲੈ ਕਰਕੇ ਤਖਤੀ ਦੇ ਉੱਤੇ ਸਭ ਤੋਂ ਪਹਿਲਾਂ ਅਲਫ ਲਿਖਿਆ ਹੈ। ਬਹੁਰੋ ਸਿਰਫੀ ਸੋ ਸਭ ਹੀ ਪੜ੍ਹਾਈ ਹੈ। ਫਿਰ ਸਾਰੀ ਹੀ ਸਿਹਰਫੀ, ਜਿਸ ਤਰ੍ਹਾਂ ਸਾਡੀ ਪੰਜਾਬੀ ਦੀ 35 ਹੈ, ਇਸ ਪ੍ਰਕਾਰ ਉਹਨੂੰ ਸਿਰਫ ਹੀ ਕਹਿੰਦੇ ਨੇ ਸਾਰੀ ਉਰਦੂ ਦੀ ਜਿਹੜੀ ਹੈ। ਸੋ ਸਾਰੀ ਫਾਰਸੀ ਦੀ ਸਿਰਫ ਹੀ ਅਲਫਬੇ ਤੇ ਟੇ ਸੇ ਇਹ ਸਾਰੀ ਪੜ੍ਹਾਈ ਹੈ। ਮੁੱਲਾ ਕੇ ਕਹਿਨ ਮਹਿ ਦੇਰ ਕਛ ਲਾਗੈ। ਹੁਣ ਮੁੱਲਾ ਬੋਲਣ ਲੱਗਾ ਤੇ ਭਈ ਬਾਲਕ ਹੈ ਤੇ ਮੈਂ ਠਰਮੇ ਦੇ ਨਾਲ ਹੌਲੀ ਬੋਲਾਂ ਤੇ ਬੱਚਾ ਮਗਰ ਬੋਲੂ, ਉਹਨੂੰ ਬੋਲਣ 'ਚ ਕੁਛ ਦੇਰ ਲੱਗਦੀ ਆ। ਮਾਨੋ ਨਾਨਕ ਕੀ ਰਸਨਾ ਮੈਂ ਦੇਰ ਹੂੰ ਨਾ ਪਾਈ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਨੂੰ ਬੋਲਣ ਲੱਗਿਆ ਕੋਈ ਦੇਰ ਨਹੀਂ ਲੱਗਦੀ, ਝੱਟ ਬੋਲੀ ਜਾਂਦੇ ਹਨ। ਭਇਓ ਬਿਸਮਾਦ ਇਹ ਪੜਿਓ ਕਹੂੰ ਆਦ ਮੋਤੇ। ਤੋ ਇਹ ਹੁਣ ਕਾਜੀ ਜਿਹੜਾ ਮੁੱਲਾ ਹੈ ਇਹ ਦੇਖ ਕਰਕੇ ਗੁਰੂ ਸਾਹਿਬ ਜੀ ਨੂੰ ਸੋਚਦਾ ਵੀ ਇਹ ਤੇ ਇਉਂ ਲੱਗਦਾ ਜਿਵੇਂ ਪਹਿਲਾਂ ਮੇਰੇ ਕੋਲੋਂ ਪੜ੍ਹੇ ਹੋਏ ਹਨ। ਮੋਹੂ ਸੇ ਸਬਕ ਪੜ੍ਹੇ ਜਾਣਿਓ ਹੂੰ ਨਾ ਜਾਈ ਹੈ। ਭਈ ਮੇਰੇ ਕੋਲੋਂ ਇਹ ਸਭ ਕੁਝ ਪੜ੍ਹਨਗੇ, ਇਹ ਤਾਂ ਪਹਿਲਾਂ ਹੀ ਪੜ੍ਹੇ ਹੋਏ ਲੱਗਦੇ ਹਨ ਮੈਨੂੰ। ਮੁਸ਼ਕਲ ਪਾਰਸੀ ਆਸਾਨ ਪੜ੍ਹੇ ਤਤ ਕਾਲ। ਕਹਿੰਦੇ ਨੇ ਇਹ ਫਾਰਸੀ ਮੁਸ਼ਕਲ ਹੈ, ਬੱਚੇ ਛੇਤੀ ਨਾਲ ਪੜ੍ਹਦੇ ਨੇ, ਇਹ ਤੇ ਝੱਟ ਪੜ੍ਹੀ ਜਾਂਦੇ ਹਨ। ਬਾਲ ਕੀ ਬੈਸ ਬੁੱਧ ਬ੍ਰਿਧ ਹੂੰ ਕੀ ਦੇਖੀਏ। ਕਹਿੰਦੇ ਸਰੀਰ ਤਾਂ ਇਹਨਾਂ ਦਾ ਬੱਚਿਆਂ ਵਾਲਾ ਹੈ, ਪਰ ਇਹਨਾਂ ਦੀ ਅਕਲ ਤਾਂ ਮੈਨੂੰ ਬਜ਼ੁਰਗਾਂ ਵਾਲੀ ਸਿਆਣਿਆਂ ਵਾਲੀ ਲੱਗਦੀ ਹੈ, ਇਹ ਸਿਆਣੇ ਲੱਗਦੇ ਹਨ। ਜੇਰ ਤੇ ਜਬਰ ਔਰ ਮਾਨੇ ਕਿਤਾਬਨ ਕੇ। ਤੋ ਕਹਿੰਦੇ ਫਿਰ ਜੇਰ ਜਬਰ, ਜੇ ਤਾਂ ਅਸੀਂ ਕਹਿੰਦੇ ਵੀ ਮੁਕਤਾ, ਤਾਂ ਇਸ ਪ੍ਰਕਾਰ ਸੋ ਉਹਨੂੰ ਜਬਰ ਕਹਿੰਦੇ ਨੇ। ਜੇਰ ਸਿਹਾਰੀ ਨੂੰ ਕਿਹਾ ਜਾਂਦਾ ਹੈ, ਭਾਵ ਕਿ ਅੱਖਰ ਪੜ੍ਹਾ ਕਰਕੇ ਲਗਾ ਮਾਤਰਾ ਪੜ੍ਹਾਈਆਂ, ਫਿਰ ਸ਼ਬਦਾਂ ਦੇ ਅਰਥ ਪੜ੍ਹਾਉਣੇ ਸ਼ੁਰੂ ਕੀਤੇ ਹਨ। ਦਫ਼ਤਰ ਲੇਖਾ ਜਮਾ ਖਰਚ ਬੇਸੇਖੀਏ। ਤੋ ਦਫ਼ਤਰ ਵਿੱਚ ਜਿਵੇਂ ਹਿਸਾਬ ਕਰੀ ਦਾ ਜਮਾ ਖਰਚ ਕਰਨ ਦਾ ਉਹ ਪੜ੍ਹਾਇਆ ਹੈ। 10 ਸਾਲ ਕੇ ਵਿਸਾਲ ਬਾਲ ਬੈਸੇ ਜੋ। ਜਿਹੜੇ 10 ਸਾਲ ਦੀ ਉਮਰ ਦੇ ਬੱਚੇ ਬੈਠੇ ਸਨ ਵੱਡੇ ਕੋਲ। ਪੜੇ ਨਾ ਸਮਾਨ ਇਸ ਕੋ ਅਵਰੇਖੀਏ। ਤੇ ਪਾਂਧਾ ਮਨ ਚ ਸੋਚਦਾ ਵੀ ਮੈਂ ਨਿਰਣਾ ਕਰਕੇ ਵੇਖ ਰਿਹਾ ਆ 10 ਸਾਲਾਂ ਦੇ ਬਾਲਕ ਕਿੰਨਾ ਚਿਰ ਮੇਰੇ ਕੋਲ ਪੜ੍ਹਦਿਆਂ ਨੂੰ ਹੋ ਗਿਆ, ਇਹ ਇੰਨਾ ਕੁਛ ਨਹੀਂ ਪੜ੍ਹ ਸਕਦੇ। ਗੁਰੂ ਨਾਨਕ ਸਾਹਿਬ ਪਹਿਲਾਂ ਹੀ ਪੜ੍ਹੀ ਜਾਂਦੇ ਪਹਿਲੇ ਦਿਨ ਹੀ। ਤੋ ਐਸੀ ਸੋ ਸਾਹਿਬ ਗੁਰੂ ਨਾਨਕ ਸਾਹਿਬ ਵੱਲ ਤੱਕ ਕਰਕੇ ਮਨ ਚ ਵਿਚਾਰ ਕਰਦਾ ਹੈ ਮੁੱਲਾ। ਮਨੁੱਖ ਕੋ ਕਾਮ ਨਹਿ ਔਲੀਆ ਅਵਤਾਰ ਕੋ। ਤੇ ਸੋਚਦਾ ਹੈ ਵੀ ਇਹ ਮਨੁੱਖ ਦਾ ਕੰਮ ਨਹੀਂ, ਜੈਸਾ ਇਹ ਪੜ੍ਹਾਈ ਪੜ੍ਹ ਰਹੇ ਇਹ ਤਾਂ ਕੋਈ ਔਲੀਆ ਹੈ, ਕਿਉਂਕਿ ਆਪੋ ਆਪਣੇ ਤਰੀਕੇ ਦੇ ਨਾਲ ਹਰ ਕੋਈ ਆਪਣੇ ਵੱਡਿਆਂ ਦੀ ਆਸ ਅੰਦਾਜ਼ਾ ਲਾਉਂਦਾ ਹੈ। ਲੱਖ ਸੋ ਅਲਖ ਜਾ ਕੇ ਲੇਖ ਹੈ ਅਲੇਖੀਏ। ਤੇ ਸਾਹਿਬ
ਗੁਰੂ ਨਾਨਕ ਪਾਤਸ਼ਾਹ ਜੀ ਕਵੀ ਜੀ ਕਹਿੰਦੇ ਜੋ ਅਲੱਖ ਸਰੂਪ ਹਨ, ਅਲੱਖ ਰੂਪ ਜੀ ਲਖਿਆ ਨਾ ਜਾਏ। ਤੋ ਕਹਿੰਦੇ ਉਹਨਾਂ ਨੂੰ ਹੁਣ ਕੌਣ ਭਾਈ ਲੇਖਾ ਹਿਸਾਬ ਕਰੇ, ਉਹਨਾਂ ਦਾ ਅੰਦਾਜ਼ਾ ਕੌਣ ਲਾਵੇ। ਸਿਫਤ ਪ੍ਰਕਾਸ਼ ਭਈ ਕਾਲੂ ਸੁਤ ਬੁੱਧ ਰਾਸ। ਸਾਰੇ ਹੀ ਕਹਿੰਦੇ ਲੋਕਾਂ ਦੇ ਵਿੱਚ ਬੜਾ ਗੁਰੂ ਨਾਨਕ ਦਾ ਜਸ ਹੋ ਗਿਆ। ਭਈ ਕਾਲੂ ਜੀ ਦੇ ਪੁੱਤਰ ਸਾਹਿਬ ਨਾਨਕ ਸਾਹਿਬ ਜੀ ਬੜੇ ਸਿਆਣੇ ਨੇ ਭਾਈ। ਪਾਂਦੇ ਕੋਲ ਗਏ, ਪਾਂਦੇ ਨੂੰ ਨਿਹਾਲ ਕਰ ਦਿੱਤਾ, ਉਹ ਹੱਥ ਜੋੜ ਕੇ ਸਿਮਰੀਦ ਬਣ ਗਿਆ। ਹੁਣ ਕਹਿੰਦੇ ਮੁੱਲਾਂ ਕੋਲ ਗਏ ਤੇ ਮੁੱਲਾ ਵੀ ਆਸ਼ਾ ਕਰਦਾ ਵੀ ਜੋ ਮੈਂ ਪੜਾਉਣਾ ਉਹ ਤਾਂ ਪਹਿਲਾਂ ਹੀ ਬੋਲੀ ਜਾਂਦੇ ਹਨ। ਫਾਰਸੀ ਇਲਮ ਜੋ ਕਠਨ ਸਿੱਖਿਓ ਬੇਗ ਹੀ। ਤੋ ਕਹਿੰਦੇ ਫਾਰਸੀ ਦਾ ਇਲਮ ਜਿਹੜਾ ਹੈ ਉਹ ਤਾਂ ਛੇਤੀ ਨਾਲ ਹੀ ਸਿੱਖ ਗਏ ਹਨ ਸਾਹਿਬ ਨਾਨਕ ਸਾਹਿਬ ਜੀ। ਆਏ ਮੁਖ ਦੇਖੇ ਕਰੇ ਇਲਮ ਪਰਿਖੈ ਨਰ। ਮਨੁੱਖ ਆਉਂਦੇ ਨੇ ਕਹਿੰਦੇ ਅਜੇ ਤਾਂ ਸੋ ਉਮਰ ਛੋਟੀ ਹੈ, ਅਜੇ ਤਾਂ ਮਕਤਬ ਵਿੱਚ ਜਾਂਦਿਆਂ ਨੂੰ ਬਹੁਤੇ ਦਿਨ ਨਹੀਂ ਹੋਏ ਤੇ ਕਹਿੰਦੇ ਨੇ ਵੀ ਬਹੁਤ ਪੜ੍ਹ ਗਿਆ। ਫਿਰ ਪਰਖ ਕਰਨ ਵਾਸਤੇ ਲੋਕ ਆਉਂਦੇ ਵੀ ਦੇਖੀਏ ਪੁੱਛ ਕੇ ਵੀ ਠੀਕ ਪੜ੍ਹੇ ਵੀ ਨੇ ਕਿ ਜਾਂ ਐਵੇਂ ਗੱਲਾਂ ਕਰਦੇ ਲੋਕ। ਵੱਡੇ ਲੋਕਾਂ ਦੇ ਬੱਚਿਆਂ ਦੇ ਲੋਕੀ ਉਂਝ ਸਿਫਤਾਂ ਕਰਦੇ ਨੇ, ਆਣ ਕਰਕੇ ਲੋਕ ਫਿਰ ਪਰਖ ਕਰਦੇ ਹਨ। ਸੁਨ ਸੁਨ ਬੈਨ ਕੋ ਵਿਸਾਲ ਬਿਸਮੇ ਗਹੀ। ਤੋ ਕਹਿੰਦੇ ਨੇ ਜਿਵੇਂ ਜਿਵੇਂ ਜਿੰਨੇ ਖਬਰ ਸੁਣੀ ਹੈ ਐਸੀ ਗੁਰੂ ਪਾਤਸ਼ਾਹ ਦੀ ਸੋਭਾ ਦੀ, ਉਹੋ ਹੀ ਕਹਿੰਦੇ ਬਹੁਤ ਭਾਰੀ ਅਚਰਜ ਹੋਇਆ ਹੈ। ਮਿਲਤ ਪਰਸ ਪਰ ਕਰਤ ਸੋ ਜਸ ਬਰ। ਜਦੋਂ ਵੀ ਆਪੋ ਵਿੱਚ ਮਿਲਦੇ ਹਨ ਤੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਦਰਸ਼ਨ ਕਰਕੇ ਪ੍ਰਸ਼ਨ ਪੁੱਛਦੇ ਨੇ, ਸਾਹਿਬ ਗੁਰੂ ਨਾਨਕ ਸਾਹਿਬ ਸਰਲ ਫਾਰਸੀ ਬੋਲਦੇ ਨੇ, ਜਿਸ ਵੇਲੇ ਹੈਰਾਨ ਹੋ ਜਾਂਦੇ ਹਨ। ਫਿਰ ਇੱਕ ਦੂਸਰੇ ਨੇ ਆਣ ਕੇ ਗੱਲਾਂ ਕਰਦੇ, ਸੋਭਾ ਕਰਦੇ ਮਹਾਰਾਜ ਦੀ। ਬੈਸ ਲੱਗ ਦੇਖੀਅਤ ਸੇ ਮੁਖੀ ਵਸੇਖ ਹੈ। ਕਹਿੰਦੇ ਅਸੀਂ ਦੇਖਦੇ ਉਮਰ ਤਾਂ ਹੈ ਇਹਨਾਂ ਦੀ ਛੋਟੀ, ਭਾਈ ਅਕਲ ਦੇ ਬਹੁਤ ਸਿਆਣੇ ਨੇ। ਹਰ ਕੋਈ ਬਜ਼ੁਰਗ, ਹਰ ਕੋਈ ਸਿਆਣਾ, ਹਰ ਕੋਈ ਜਵਾਨ, ਸਭ ਸਾਹਿਬ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਦਾ ਹੈ। ਮਦਰ ਬਚਨ ਸੁਨ ਹਿੰਦੂ ਔਰ ਤੁਰਕ ਸਭ। ਤੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਮਿੱਠੇ ਮਿੱਠੇ ਸਤਿਕਾਰ ਦੇ ਬਚਨ ਜਦੋਂ ਹਿੰਦੂ ਤੇ ਮੁਸਲਮਾਨ ਸਾਰੇ ਸੁਣਦੇ ਹਨ ਤਾਂ ਸਤਿਕਾਰ ਕਰਦੇ ਹਨ। ਪ੍ਰੀਤ ਕਰ ਹਿਰਦੇ ਹਰ ਖਾਵਨਾ ਉਦੇਗ ਹੀ। ਤਾਂ ਮਹਾਰਾਜ ਨਾਲ ਐਸੀ ਪ੍ਰੀਤ ਕਰਦੇ, ਖੁਸ਼ ਹੁੰਦੇ ਨੇ, ਕੋਈ ਵੀ ਉਦਾਸ ਨਹੀਂ ਹੁੰਦਾ, ਗੁਰੂ ਸਾਹਿਬ ਦੇ ਖਿਲਾਫ ਨਹੀਂ ਹੁੰਦਾ ਹੈ। ਮ੍ਰਿਦਲ ਮਦਰ ਮੁਖ ਬੋਲਤ ਹੈ ਬੈਨ ਮਾਨੋ। ਤੋ ਦੇਖੋ ਕਹਿੰਦੇ ਵੀ ਬਾਲਕ ਹੈ ਪਰ ਹਰੇਕ ਨੂੰ ਬੜਾ ਮਿੱਠੇ ਬਚਨਾਂ ਵਿੱਚ ਤੇ ਪੂਰੇ ਅਦਬ ਨਾਲ ਹਰੇਕ ਨੂੰ ਬੁਲਾਉਂਦੇ ਨੇ। ਇਸ ਵਾਸਤੇ ਸਾਰਿਆਂ ਦੇ ਵਿੱਚ ਹੀ ਸੋਭਾ ਹੈ ਮੇਰੇ ਸਤਿਗੁਰਾਂ ਦੀ। ਦੇਤ ਉਪਦੇਸ਼ ਰੇਖ ਦੇਖ ਸਿੱਖ ਆਪਣੇ। ਤੇ ਕਹਿੰਦੇ ਜਦੋਂ ਮਹਾਰਾਜ ਉਪਦੇਸ਼ ਦਿੰਦੇ ਆ ਤੇ ਜਿਵੇਂ ਕੋਈ ਰਿਸ਼ੀ ਮੁਨੀ ਆਪਣੇ ਸਿੱਖਾਂ ਸੇਵਕਾਂ ਨੂੰ ਉਪਦੇਸ਼ ਦੇ ਰਿਹਾ ਹੋਵੇ, ਇਉਂ ਵੱਡੇ ਵੱਡੇ ਬਜ਼ੁਰਗਾਂ ਨੂੰ ਮੇਰੇ ਸਤਿਗੁਰੂ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਫਾਰਸੀ ਸੋ ਮਿਲੀ ਜੋ ਨਾਮ ਕੇ ਭਜਨ ਸੰਗ। ਤੇ ਬੋਲਦੇ ਨੇ, ਹੁਣ ਫਾਰਸੀ ਪੜ੍ਹਦੇ, ਫਾਰਸੀ ਬੋਲਦੇ ਨੇ, ਪਰ ਬੋਲਦੇ ਐਸੀ ਬੋਲੀ ਹਨ ਜਿਹਦੇ ਵਿੱਚ ਪਰਮੇਸ਼ਵਰ ਦੇ ਭਜਨ ਤੇ ਪਰਮੇਸ਼ਰ ਦੇ ਨਾਮ ਦੀ ਸਿਫਤ ਹੈ। ਗੰਗ ਜੈਸੀ ਬਾਣੀ ਕਾਲ ਕਾਲ ਮਲ ਖਾਪਨੇ। ਤੋ ਗੰਗਾ ਦੇ ਪਵਿੱਤਰ ਜਲ ਵਰਗੀ ਅੰਮ੍ਰਿਤ ਬਾਣੀ ਗੁਰੂ ਸਾਹਿਬ ਦੀ, ਕਲਯੁਗ ਦੇ ਕਲਮਲ ਪਾਪਾਂ ਨੂੰ ਖਪਾਉਣ ਵਾਲੀ ਗੁਰੂ ਸਾਹਿਬ ਦੀ ਬਾਣੀ ਹੈ। ਪੰਡਿਤ ਜਯੋ ਵਕਤਾ ਅਚੂਕ ਵਾਗ ਪ੍ਰੇਮ ਮੈਂ। ਕਹਿੰਦੇ ਜਿਵੇਂ ਕੋਈ ਮਹਾਨ ਪੰਡਿਤ ਵਿਦਵਾਨ ਹੋਵੇ ਤੇ ਗੁਰੂ ਸਾਹਿਬ ਅਚੁੱਕ ਬਚਨ ਬੋਲਦੇ ਨੇ, ਬੋਲਦੇ ਲਗਾਤਾਰ, ਨਾ ਭੁੱਲਦੇ ਨੇ, ਨਾ ਰੁਕਦੇ ਹਨ। ਸੁੰਦਰ ਸੁਖਦ ਜੋ ਜੋਗ ਨਰ ਜਪਨੇ। ਤੋ ਸੋਹਣੇ ਸੁੰਦਰ ਸੁਖ ਦੇਣ ਵਾਲੇ ਬਚਨ ਤੇ ਜਿਨ੍ਹਾਂ ਨੂੰ ਲੋਕੀ ਸੋ ਜਪ ਸਕਣ, ਧਾਰਨ ਕਰ ਸਕਣ, ਸਮਝ ਸਕਣ, ਐਸੇ ਬਚਨ ਬੋਲਦੇ ਹਨ। ਸੁਨੇ ਹਿਤ ਲਾਏ ਨੁਤ ਗਾਏ ਘਰ ਜਾਏ ਨਰ। ਲੋਕ ਆਣ ਕਰਕੇ ਗੁਰੂ ਦੇ ਮੁਖ ਤੋਂ ਬਚਨ ਸੁਣਦੇ ਨੇ, ਘਰਾਂ 'ਚ ਜਾ ਕਰਕੇ ਫਿਰ ਸੋਭਾ ਕਰਦੇ ਨੇ ਆਪੋ ਆਪਣੇ ਪਰਿਵਾਰਾਂ ਵਿੱਚ। ਕਲਾਵਾਨ ਭਇਓ ਕਲ ਕੀਰਤ ਸੋ ਥਾਪਨੇ। ਤੋ ਕਹਿੰਦੇ ਨੇ ਕਲਯੁਗ ਦੇ ਵਿੱਚ ਵਾਹਿਗੁਰੂ ਦਾ ਜਸ ਟਿਕਾਉਣ ਵਾਸਤੇ, ਦੁਨੀਆ ਨੂੰ ਪਰਮੇਸ਼ਰ ਦਾ ਜਸ ਸਮਝਾਉਣ ਤੇ ਕਰਾਉਣ ਵਾਸਤੇ ਇਹ ਕਲਯੁਗ ਵਿੱਚ ਅਵਤਾਰ ਆਏ ਹਨ। ਸਭ ਲੋਕ ਐਸਾ ਹੀ ਵਿਚਾਰ ਕਹਿੰਦੇ ਹਨ। ਸਵਈਆ ਧਾਮ ਕੇ ਕਾਮ ਤਜੇ ਢਿਗ ਜਾਵਹਿ। ਤੋ ਘਰ ਦੇ ਕੰਮ ਛੱਡ ਕੇ ਵੀ ਸਾਹਿਬ ਗੁਰੂ ਨਾਨਕ ਦੇ ਦਰਸ਼ਨ ਕਰਨ ਜਾਂਦੇ ਹਨ ਭਾਈ। ਕਿਰਤ ਮੂਰਤ ਭਾਵਤੀ ਜੀ ਕੀ। ਕਿਉਂਕਿ ਐਸਾ ਮੇਰੇ ਸਤਿਗੁਰੂ ਅਤ ਸੁੰਦਰ ਮਨ ਮੋਹਨਾ ਘਟ ਸੋਹਣਾ ਪ੍ਰਾਣ ਆਧਾਰਾ ਰਾਮ। ਐਸਾ ਸਰੂਪ ਮੇਰੇ ਸਤਿਗੁਰਾਂ ਦਾ ਮੋਹਤ ਦਿਲ ਹੈ, ਸਾਰੇ ਪ੍ਰੇਮ ਨਾਲ ਖਿੱਚੇ ਜਾਂਦੇ ਦਰਸ਼ਨ ਕਰਦੇ ਹਨ। ਬੂਝ ਹੈ ਬੈਨ ਸੰਦੇਹ ਉਠਾਏ। ਤੋ ਜਿਹੜਾ ਵੀ ਮਨ 'ਚ ਕੋਈ ਸ਼ੰਕਾ ਹੁੰਦਾ ਹੈ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਹਨ ਪ੍ਰਸ਼ਨ ਕਰਕੇ। ਸੁਨੇ ਤਤਕਾਲ ਗਿਰਾ ਮੁਖ ਨੀਕੀ। ਤੋ ਮਹਾਰਾਜ ਸੁਣਦੇ ਝੱਟ ਹੀ ਸੁੰਦਰ ਬਾਣੀ ਮੁਖ ਤੋਂ ਬੋਲਦੇ ਹਨ। ਹੈ
ਅਵਤਾਰ ਲਖਿਓ ਬਹੁ ਲੋਕਨ। ਬਹੁਤ ਲੋਕਾਂ ਨੇ ਪਰਖ ਕਰਕੇ ਦੇਖ ਲਈ, ਬਚਨ ਕਰਕੇ ਦੇਖ ਲਏ ਹਨ, ਤੇ ਸਾਰੇ ਹੀ ਲੋਕ ਕਹਿੰਦੇ ਨੇ ਵੀ ਇਹ ਤਾਂ ਅਵਤਾਰ ਹਨ ਕੋਈ। ਬ੍ਰਿਧ ਬਦੀ ਸਰਦਾ ਸੁਧ ਹੀ ਕੀ। ਤਾਂ ਸਾਰਿਆਂ ਦੇ ਮਨਾਂ ਵਿੱਚ ਬਹੁਤ ਹੀ ਸ਼ਰਧਾ ਵਧੀ ਹੈ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੀ ਸ਼ੋਭਾ ਸੁਣ ਸੁਣ ਕੇ, ਵੇਖ ਵੇਖ ਕੇ ਸਭਨਾਂ ਦੇ ਮਨਾਂ ਵਿੱਚ ਸ਼ਰਧਾ ਬਣੀ ਹੈ। ਬੋਲਤ ਬੋਲ ਅਮੋਲ ਅਤੋਲ। ਤੇ ਸਾਰੇ ਇਉਂ ਸ਼ੋਭਾ ਕਰਦੇ ਨੇ। ਭਾਈ ਬਾਲਕ ਸਰੂਪ ਵਿੱਚ ਸਾਹਿਬ ਗੁਰੂ ਨਾਨਕ ਮਹਾਰਾਜ ਭਾਈ ਬੜੇ ਅਮੋਲਕ, ਬਹੁਤ ਹੀ ਸੁੰਦਰ ਤੇ ਬੜੇ ਕੀਮਤੀ ਬਚਨ ਬੋਲਦੇ ਹਨ ਜੀ। ਅਡੋਲ ਮਤੀ ਅਹਰਨ ਬਲੀ ਕੀ। ਤੋ ਕਹਿੰਦੇ ਸਤਿਗੁਰੂ ਮਹਾਰਾਜ ਦੀ ਮੱਤ ਇਸ ਤਰ੍ਹਾਂ ਦੀ ਅਡੋਲ ਹੈ ਜਿਵੇਂ ਅਹਰਨ ਹੋਵੇ। ਅਹਰਨ ਮੱਤ ਅਚਲ। ਸੋ ਜਿਹੜੀ ਲੋਹਾਰ ਦੇ ਕੋਲ ਲੋਹੇ ਦੀ ਅਹਰਨ ਰੱਖੀ ਹੁੰਦੀ ਹੈ ਸ਼ਸਤਰ ਘੜਨ ਵਾਸਤੇ, ਇਹੋ ਜਿਹੀ ਕਹਿੰਦੇ ਨੇ ਅਚਲ ਮੱਤ ਹੈ ਮਹਾਰਾਜ ਦੀ। ਦੋਹਰਾ ਲਖਨ ਲੱਗੇ ਜਬ ਨਰ, ਕਲਾ ਫੇਰਿਓ ਬਹੁਰ ਸੁਭਾਵ। ਜਦੋਂ ਲੋਕਾਂ ਨੇ ਦੇਖਿਆ ਭਈ ਸਾਡੀ ਸ਼ਕਤੀ ਨੂੰ ਲੋਕੀ ਹੁਣ ਪਰਖਣ ਲੱਗ ਪਏ ਨੇ, ਸੋਭਾ ਹੋਣ ਲੱਗ ਪਈ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਮੌਜ ਸੀ। ਹਜ਼ੂਰ ਕਹਿੰਦੇ ਵੀ ਹਾਲੇ ਐਸੀ ਨਹੀਂ ਗੱਲ ਕਰਨੀ, ਇਸ ਲਈ ਮਹਾਰਾਜ ਨੇ ਆਪਣਾ ਸੁਭਾਅ ਬਦਲ ਲਿਆ ਹੈ। ਭਏ ਬਾਲ ਅਨਜਾਨ ਸੇ ਕੀਨੋ ਆਪਣੇ ਛਪਾਵ। ਮਹਾਰਾਜ ਅਣਜਾਣ ਬੱਚਿਆਂ ਵਰਗੇ ਬਣ ਕੇ ਤੇ ਆਪਣੇ ਆਪ ਨੂੰ ਛਪਾਉਣਾ ਸ਼ੁਰੂ ਕਰ ਦਿੱਤਾ। ਹੁਣ ਬਚਨ ਬੋਲਣੇ ਬੰਦ ਕਰਤੇ, ਕਿਉਂਕਿ ਦੁਨੀਆ ਸ਼ੋਭਾ ਕਰਨ ਲੱਗ ਪਈ ਸੀ, ਮਹਿਮਾ ਗਾਉਣ ਲੱਗ ਪਈ ਸੀ। ਸਵਈਆ ਪੁਰ ਬਾਹਰ ਜਾਏ ਤਰੇ ਤਰ ਕੈ। ਤੇ ਸਤਿਗੁਰੂ ਪਾਤਸ਼ਾਹ ਕੀ ਕਰਦੇ ਨੇ, ਹੁਣ ਬਾਹਰ ਜਾਂਦੇ ਨੇ ਨਗਰੀ ਤੋਂ, ਦਰਖਤਾਂ ਦੀ ਛਾਵੇਂ ਜਾ ਕੇ ਬਹਿ ਜਾਂਦੇ ਹਨ। ਪਟ ਤਾਨ ਸਰੀਰ ਪੈ ਪੌਡੇ ਰਹੈ। ਸਰੀਰ ਤੇ ਚਾਦਰਾ ਤਾਣ ਕੇ ਤੇ ਲੇਟ ਜਾਂਦੇ, ਦਰਖਤਾਂ ਦੀ ਛਾਵੇਂ ਜਾ ਕੇ ਪਏ ਰਹਿੰਦੇ ਹਨ। ਨਹਿ ਬੋਲਤ ਕੋ ਬੁਲਾਵਤ ਹੈ। ਜੇ ਕੋਈ ਬੁਲਾਵੇ ਤੇ ਬੋਲਦੇ ਹੀ ਨਹੀਂ ਹਨ, ਮਸਤ ਹੋ ਗਏ ਹਨ ਆਨੰਦ ਵਿੱਚ। ਨਰ ਬੇਖੁਦ ਅੰਤਰ ਧਿਆਨ ਲਹੈ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਆਪਣੀ ਬੇਖੁਦੀ ਵਿੱਚ ਹਨ, ਅੰਤਰ ਧਿਆਨ ਹੋ ਗਏ ਨੇ, ਬੋਲਦੇ ਕਿਸੇ ਨਾਲ ਹੀ ਨਹੀਂ ਹਨ। ਕਬ ਆਨ ਪਰੇ ਘਰ ਮਾਤ ਉਠਾਵਤ। ਕਦੇ ਘਰ ਆ ਜਾਂਦੇ ਨੇ ਤੇ ਘਰ ਆਣ ਕੇ ਬਰਾਜਦੇ ਨੇ, ਜੇ ਮਾਤਾ ਜੀ ਉਠਾਉਂਦੇ ਹਨ ਤਾਂ ਤਉ ਭੈ ਉਠੇ ਨਹਿ ਮੌਨ ਗਹਿ। ਫਿਰ ਵੀ ਉੱਠਦੇ ਨੇ ਤੇ ਚੁੱਪ ਹੀ ਨੇ, ਨਾ ਕੁਛ ਬੋਲਦੇ ਨੇ ਤੇ ਲੇਟੇ ਰਹਿੰਦੇ ਹਨ। ਇਕ ਠੌਰ ਪਏ ਜੁਗ ਬਾਸੁਰ ਬੀਤੇ ਹੈ। ਕਈ ਵਾਰ ਇੱਕੋ ਹੀ ਥਾਂ ਤੇ ਟਿਕਿਆ ਹੋਏ ਨੇ, 2-2 ਦਿਨ ਗੁਜ਼ਰ ਜਾਂਦੇ ਨੇ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਅੰਤਰ ਧਿਆਨ ਸਮਾਧੀ ਵਿੱਚ ਲੀਨ ਨੇ। ਦੁਨੀਆ ਵੱਲੋਂ ਧਿਆਨ ਮਹਾਰਾਜ ਨੇ ਜੇ ਮੋੜ ਲਿਆ ਹੈ ਤੇ ਦੁਨੀਆ ਆਪਣੇ ਅੰਦਾਜ਼ੇ ਲਾਉਂਦੀ ਤੇ ਗੁਰੂ ਸਾਹਿਬ ਆਨੰਦ ਚ ਮਸਤ ਹੋ ਗਏ ਹਨ। ਘੇਰ ਕੇ ਮਾਨਵ ਐਸੇ ਕਹੈ। ਤਾਂ ਕਹਿੰਦੇ ਘੇਰ ਕਰਕੇ ਮਨੁੱਖ ਇਉਂ ਆਖਦੇ ਨੇ, ਥੋ ਮਤਵਾਨ ਵੱਡੋ ਸੁਰਗਵਾਨ ਭਇਓ। ਤੋ ਕਹਿੰਦੇ ਇੱਕ ਦੂਸਰੇ ਦੇ ਨਾਲ ਸੋ ਮਿਲ ਮਿਲ ਕੇ ਤੇ ਫਿਰ ਹੁਣ ਗੱਲਾਂ, ਪਹਿਲੇ ਤੇ ਗੁਰੂ ਸਾਹਿਬ ਦੀ ਸ਼ੋਭਾ ਮਹਿਮਾ ਕਰਦੇ ਸੀ, ਹੁਣ ਇੱਕ ਦੂਸਰੇ ਨੂੰ ਘੇਰ ਘੇਰ ਕੇ ਸਾਰੇ ਗੱਲ ਕਰਦੇ ਨੇ, ਭਾਈ ਸਾਡੇ ਮਹਿਤਾ ਸਾਹਿਬ ਦੇ ਬੱਚੇ ਨੂੰ ਪਤਾ ਨਹੀਂ ਵੀ ਕੀ ਹੋ ਗਿਆ, ਉਹ ਤਾਂ ਹੁਣ ਪਏ ਹੀ ਰਹਿੰਦੇ ਹਨ, ਕੁਝ ਬੋਲਦੇ ਨਹੀਂ ਹਨ। ਅਨਜਾਨ ਸਾ ਕੌਣ ਹੈ ਹੇਤੂ। ਭਈ ਪਤਾ ਨਹੀਂ, ਅਣਜਾਣ, ਪਤਾ ਨਹੀਂ ਕਾਰਨ ਕੀ ਹੋ ਗਿਆ, ਉਹ ਤੇ ਅਣਜਾਣ ਹੀ ਹੋ ਗਏ ਹਨ। ਬੜੇ ਸਿਆਣੇ ਸੀ। ਬੇਖੁਦ ਚਿਤ ਉਦਾਸ ਰਹੈ। ਉਹਨਾਂ ਦਾ ਚਿੱਤ ਉਦਾਸ, ਹੁਣ ਬੇਖੁਦੀ ਭਾਵ ਕੋਈ ਸੋਚ ਸੰਭਾਲ ਨਹੀਂ, ਭੋਲੇ ਹੋ ਗਏ ਹਨ। ਕਛ ਹੋਤ ਭਇਓ ਪਰਛਾਵ ਹੋ ਪ੍ਰੇਤੂ। ਤੇ ਸਭ ਅੰਦਾਜ਼ੇ ਲਾਉਂਦੇ ਨੇ, ਕਿਸੇ ਪ੍ਰੇਤ ਦਾ ਛਾਇਆ ਪਿਆ ਗਿਆ ਲੱਗਦਾ ਹੈ, ਕਸਰ ਹੋ ਗਈ ਕੋਈ ਹੈ। ਉਨਮਤ ਦਸਾ ਦਿਸ ਆਵਤ। ਕਹਿੰਦੇ ਇਸ ਪ੍ਰਕਾਰ ਦਿਸ ਆਉਂਦਾ ਸਮਝ ਆਉਂਦੀ ਹੈ, ਜਿਹੜੇ ਉਨਮਤ ਮਸਤ ਹੋਏ ਨਾ, ਕੋਈ ਇਹੋ ਜੀ ਗੱਲ ਹੋ ਗਈ ਲੱਗਦੀ ਹੈ। ਸੁਧ ਨਾ ਦੇਹ ਕੀ ਬਿਆਹ ਨਕੇਤੂ। ਤੋ ਇਸ ਪ੍ਰਕਾਰ ਕਹਿੰਦੇ ਦੇਖੋ ਆਪਣੇ ਆਪ ਦੇ ਸਰੀਰ ਦੀ ਕੋਈ ਇਹਨਾਂ ਨੂੰ ਆਪਣੀ ਸੋਝੀ ਹੀ ਨਹੀਂ ਹੈ। ਘਰ ਦੇ ਵਿੱਚ ਟਿਕੇ ਹੋਏ ਹਨ, ਨਾ ਘਰ ਦੀ ਨਾ ਬਾਹਰ ਦੀ, ਕੋਈ ਸੋਝੀ ਨਹੀਂ ਕਰਦੇ। ਬੈਨ ਭਨੇ ਨੈਣ ਉਗਾਰਤ ਹੀਰ ਕਹੈ। ਤਾਂ ਕਹਿੰਦੇ ਇਸ ਪ੍ਰਕਾਰ ਸੋ ਲੋਕੀ ਬਚਨ ਕਰਦੇ ਹਨ, ਕਹਿ ਜੋ ਜਾਨ ਨਾ ਭੇਤੂ। ਤੋ ਕਹਿੰਦੇ ਨੇ ਭਾਈ ਕੀ ਜਾਣੀਏ ਵੀ ਕੀ ਭੇਤ ਹੈ, ਕੋਈ ਸਮਝ ਨਹੀਂ ਆਉਂਦੀ ਹੈ। ਕਾਲੁਕ ਚਿੰਤ ਬਦੀ ਸੁਤ ਦੇਖ। ਸਾਹਿਬ
ਸਾਹਿਬ ਗੁਰੂ ਨਾਨਕ ਸਾਹਿਬ ਬਾਲਕ ਸਰੂਪ ਦੇ ਦੀਦਾਰ ਕਰਕੇ ਸਤਿਕਾਰਯੋਗ ਪਿਤਾ ਮਹਿਤਾ ਕਾਲੂ ਜੀ ਨੂੰ ਵੀ ਚਿੰਤਾ ਹੋਈ ਹੈ। ਵਸੇਖ ਉਪਾਏ ਕਰੇ ਜੋ ਬਤਾਇਆ, ਜੋ ਵੀ ਕਿਸੇ ਨੇ ਯਤਨ ਦੱਸਿਆ ਉਹ ਕਰਨ ਲੱਗ ਪਏ ਨੇ। ਜੋ ਵੀ ਲੋਕ ਉਕਤੀਆਂ ਸਨ ਆਪੋ ਆਪਣੇ ਸੋ ਯਤਨ ਕਰਨੇ ਸ਼ੁਰੂ ਕੀਤੇ ਹਨ। ਫੇਰ ਮੁਲਾਨੇ ਕੇ ਪਾਸ ਗਇਓ ਸਭ, ਸਾਰੇ ਹੀ ਇਕੱਠੇ ਹੋ ਕਰਕੇ ਮੁੱਲਾਂ ਦੇ ਕੋਲ ਚਲੇ ਗਏ ਹਨ। ਜਦੋਂ ਫਾਰਸੀ ਪੜਾਉਂਦਾ ਸੀ ਮੁਸਲਮਾਨ, ਨਾਨਕ ਕੋ ਬਿਰਤਾਂਤ ਸੁਨਾਇਆ, ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਦਸ਼ਾ ਹਾਲਾਤ ਜਿਹੜਾ ਜਾ ਕੇ ਦੱਸਿਆ ਉਸ ਉਹਦੇ ਤਾਈਂ ਹੋਸ ਭਈ ਫਰਮੋਸ ਸਭੇ ਤਿਹ ਕੋ, ਤੋ ਦੇਖੋ ਬਾਲਕ ਤੁਹਾਡੇ ਕੋਲ ਪੜਨ ਵਾਸਤੇ ਪਾਇਆ ਸੀ, ਉਹਦੀ ਹੋਸ਼ ਉਸ ਦੀ ਜਿਹੜੀ ਅਕਲ ਸੀ ਸੁੱਧ ਸੀ ਉਹ ਤਾਂ ਸਾਰੀ ਫਰਮੋਸ਼ ਹੋ ਗਈ ਹੈ, ਅਕਲ ਭੁੱਲ ਗਈ ਹੈ ਉਹਨਾਂ ਨੂੰ। ਵਿਦ ਪਾਰਸੀ ਤੁਹੇ ਪੜਾਇਆ, ਪਤਾ ਨਹੀਂ ਕਿਹੜਾ ਤਰੀਕਾ ਤੂੰ ਫਾਰਸੀ ਦਾ ਕਿਹੜਾ ਇਲਮ ਪੜ੍ਹਾ ਦਿੱਤਾ, ਉਹ ਤੇ ਮਸਤ ਹੋ ਗਏ ਹਨ। ਸੋ ਸਾਰੇ ਲੋਕਾਂ ਨੇ ਕਿਹਾ ਵੀ ਮੁੱਲਾ ਤੂੰ ਤੇਰਾ ਕੋਈ ਕਸੂਰ ਆ, ਪਤਾ ਨਹੀਂ ਕੀ ਪੜ੍ਹਾ ਦਿੱਤਾ ਹੈ ਤੂੰ। ਆਪ ਚਲੋ ਸੁਧ ਲੀਜੀਏ ਹੇਰ ਕੈ, ਹੁਣ ਇੰਜ ਕਰੋ ਤਾਂ ਮੁੱਲਾ ਜੀ ਤੁਸੀਂ ਆਪ ਜਾ ਕਰਕੇ ਨਾ ਤੇ ਜਾ ਕੇ ਖਬਰ ਲਓ ਤੁਹਾਡਾ ਬਾਲਕਾ ਜਿਹੜਾ ਹੈ ਵੀ ਕੀ ਗੱਲ ਹੋ ਗਈ ਉਸ ਨੂੰ। ਭੇਵ ਲਖੋਂ ਕੇ ਪਰੀ ਤਿਹ ਛਾਇਆ, ਜਾ ਕੇ ਇਹਨਾਂ ਦਾ ਭੇਦ ਦੇਖੋ ਵੀ ਸਰੀਰ ਦਾ ਨੁਕਸ ਹੈ ਕਿ ਕੋਈ ਛਾਇਆ ਦਾ ਅਸਰ ਹੋ ਗਿਆ। ਕਾਲੂ ਕੇ ਸੰਗ ਮੁਲਾਨਾ ਗਇਓ ਜਹੈ, ਤਾਂ ਕਹਿੰਦੇ ਮਹਿਤਾ ਕਾਲੂ ਜੀ ਦੇ ਨਾਲ ਸੋ ਮੁੱਲਾ ਜੀ ਚੱਲ ਗਏ ਹਨ। ਜਹ ਨਾਨਕ ਜੀ ਧਰ ਪੌੜ ਰਹੈ, ਜਿੱਥੇ ਸਾਹਿਬ ਗੁਰੂ ਨਾਨਕ ਸਾਹਿਬ ਧਰਤੀ ਦੇ ਉੱਤੇ ਲੇਟੇ ਹੋਏ ਸਨ ਉੱਥੇ ਚਲੇ ਗਏ ਹਨ। ਤਾਨ ਸੰਬਾਨ ਸਰੀਰ ਕੇ ਉਪਰ, ਆਪਣੇ ਸਰੀਰ ਤੇ ਸੰਭਿਆਨ ਚਾਦਰਾ ਤਾਣ ਕਰਕੇ ਜਿੱਥੇ ਲੇਟੇ ਹੋਏ ਸਨ। ਬੇਗਮ ਹੀ ਅਵਨੀ ਪੈ ਅਹੈ, ਬੇਗਮ ਬਿਨਾਂ ਗਮ ਤੋਂ ਧਰਤੀ ਤੇ ਮਹਾਰਾਜ ਮਸਤ ਹੋਏ ਹਨ। ਮਾਨਵ ਆਨ ਭਏ ਇਕੱਠੇ, ਬਹੁਤ ਸਾਰੇ ਲੋਕ ਆਣ ਕੇ ਇਕੱਠੇ ਹੋ ਗਏ ਨੇ ਜਿਸਲੇ ਸੋ ਸਤਿਗੁਰਾਂ ਦੇ ਪਿਤਾ ਜੀ ਮੁੱਲਾ ਨੂੰ ਨਾਲ ਲੈ ਕਰਕੇ ਚੱਲ ਪਏ ਗੁਰੂ ਨਾਨਕ ਸਾਹਿਬ ਵੱਲ। ਬਹੁਤ ਲੋਕ ਦੇਖਣ ਵਾਸਤੇ ਚਲੋ ਦੇਖੀਏ ਵੀ ਕੀ ਹੁੰਦਾ ਹੈ। ਬੈਨ ਸੁਨੇ ਸ਼ਰੁਤ ਐਸੇ ਚਾਹੈ, ਤੋ ਕਹਿੰਦੇ ਨੇ ਸਾਰੇ ਹੀ ਸੋ ਆਪਣੇ ਕੰਨਾਂ ਵਿੱਚ ਬਚਨ ਸੁਣਨਾ ਚਾਹੁੰਦੇ ਹਨ। ਏਰ ਹੈਰਾਨ ਸਮਾਨ ਤਬੇ ਮਨ ਹੋਏ, ਕਿਉਂਕਿ ਐਸੀ ਦਸ਼ਾ ਗੁਰੂ ਨਾਨਕ ਦੀ ਵੇਖ ਕੇ ਸਾਰੇ ਲੋਕ ਹੀ ਬੜੇ ਹੈਰਾਨ ਹੋਏ ਸਨ। ਹੋਏ ਹੈਰਾਨ ਸੋ ਵਾਕ ਕਹੈ, ਹੈਰਾਨ ਹੋ ਕਰਕੇ ਸੋ ਬਿਸਮਾਦ ਹੋ ਕੇ ਇਉਂ ਕਹਿੰਦੇ ਨੇ ਲੋਕ ਸਾਰੇ। ਕਬਿਤ ਜਾਏ ਕੈ ਮੁਲਾਨੇ ਨੇ ਦਵਾਏ ਕਰੀ ਬੈਸ ਢਿਗ, ਸਾਹਿਬ ਗੁਰੂ ਨਾਨਕ ਦੇ ਕੋਲ ਬੈਠ ਕੇ ਤੇ ਮੁੱਲਾ ਨੇ ਦੁਆ ਕੀਤੀ। ਆਪਾਂ ਦੁਆ, ਇਹ ਦੁਆ ਦਾ ਮਤਲਬ ਹੁੰਦਾ ਹੈ ਅਰਦਾਸ, ਬੇਨਤੀ ਕੀਤੀ ਹੈ। ਤੁਮ ਪਰ ਮਿਹਰ ਸੋ ਪਰਵਦਗਾਰ ਕੀ, हे ਨਾਨਕ ਜੀ ਤੁਹਾਡੇ ਤੇ ਪਰਵਦਗਾਰ ਅੱਲਾਹ ਤਾਲਾ ਖੁਦਾ ਦੀ ਬਖਸ਼ਿਸ਼ ਹੈ। ਬੈਸ ਲਗ ਮਾਹੇ ਭਈ ਸੇ ਮੁਖੀ ਵਸੇਖ ਤਬ, ਅਸੀਂ ਦੇਖਿਆ ਹੈ ਛੋਟੀ ਉਮਰ ਵਿੱਚ ਤੁਹਾਡੀ ਅਕਲ ਬਹੁਤ ਸਿਆਣੀ ਹੈ। ਗੇਰਾ ਮੁਖ ਮਾਦਰੀ ਸਬਨ ਹਿਤਕਾਰ ਕੀ, ਤੁਸੀਂ ਮੁਖ ਤੋਂ ਸਭਨਾਂ ਦੇ ਪਿਆਰ ਤੇ ਸਭਨਾਂ ਦੇ ਹਿੱਤ ਦੇ ਮਿੱਠੇ ਵਚਨ ਬੋਲਦੇ ਸੋ। ਸੁਭ ਹੈ ਸੁਭਾਉ ਭਰਿਓ ਭਾਉ ਸੋ ਸਬਨ ਸੰਗ, ਤੁਹਾਡਾ ਸੁਭਾਅ ਬੜਾ ਚੰਗਾ ਹੈ, ਸਭਨਾਂ ਦੇ ਨਾਲ ਪਿਆਰ ਕਰਨ ਵਾਲੇ ਆਪ ਹੋ। ਬਦੇ ਗੋ ਪਰਭਾਉ ਰੀਤ ਜਸ ਵਿਸਤਾਰ ਕੀ, ਤੁਹਾਡਾ ਮਹਾਰਾਜ ਬਹੁਤ ਜਸ ਵਧੇਗਾ, ਤੁਹਾਡਾ ਬੜਾ ਸੁੰਦਰ ਪ੍ਰਭਾਵ ਸਭਨਾਂ ਤੇ ਹੈ ਜੀ, ਕਿਰਪਾ ਕਰੋ। ਆਨਨ ਤੇ ਤੂਸਨ ਕੋ ਕਾਰਨ ਹੈ ਕੌਣ, ਕਿਰਪਾ ਕਰੋ ਵੀ ਤੁਸੀਂ ਮੁਖ ਤੋਂ ਚੁੱਪ ਕਿਉਂ ਹੋ ਗਏ ਹੋ, ਇਹਦਾ ਕਾਰਨ ਸਾਨੂੰ ਦੱਸੋ, ਕਾਰਨ ਕੀ ਹੈ। ਭਨੋ ਹੇਰ ਤੁਮੇ ਤਾਤ ਸੁਧ ਤਜੀ ਘਰ ਬਾਰ ਕੀ, ਤੁਹਾਡੀ ਐਸੀ ਦਸ਼ਾ ਹਾਲਤ ਨੂੰ ਵੇਖ ਕੇ ਤੁਹਾਡੇ ਪਿਤਾ ਜੀ ਨੇ ਘਰ-ਬਾਰ ਦੀ ਸਭ ਖਬਰ ਛੱਡ ਦਿੱਤੀ ਹੈ, ਤੁਹਾਡੇ ਫਿਕਰ ਵਿੱਚ ਪੈ ਗਏ ਹਨ। ਦੋਹਰਾ ਮਸਟ ਕਰੀ ਨਾਨਕ ਤਬੈ ਦਇਓ ਨਾ ਉਤਰ ਕੋਈ, ਜਿਸ ਵੇਲੇ ਇਸ ਨੇ ਇਉਂ ਬੇਨਤੀ ਕੀਤੀ ਮੁੱਲਾ ਨੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਗੁਰੂ ਨਾਨਕ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ। ਸਤਿਗੁਰ ਪਾਤਸ਼ਾਹ ਚੁੱਪ ਰਹੇ ਹਨ। ਦੀਨ ਭਇਓ ਮੁੱਲਾ ਹਿਰਦੇ ਬਹੁਰ ਬਚਨ ਬਗੋਏ, ਤਾਂ ਫੇਰ ਮੁੱਲਾ ਬੜਾ ਅਧੀਨ ਹੋਇਆ, ਫੇਰ ਦੁਬਾਰਾ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦਾ ਹੈ। ਸਵਈਆ ਆਏ ਖਰੇ ਨਾਰ ਪਾਸ ਜਿਤੇ, ਕਹਿਣ ਲੱਗਾ ਆ ਜਿਤਨੇ ਲੋਕ ਤੁਹਾਡੇ ਪਾਸ ਆਣ ਕਰਕੇ ਖੜੇ ਹੋਏ ਹਨ, ਤੋ ਬੈਨ ਸੁਨੇ ਮਨ ਚਾਹੇ ਇਹੀ, ਸਭਨਾਂ ਦੇ ਮਨ ਦੀ ਇੱਛਾ ਇਹ ਹੈ ਵੀ ਤੁਹਾਡੇ ਮੁਖ ਤੋਂ ਕੋਈ ਬਚਨ ਸੁਣੀਏ,
ਤੁਸੀਂ ਕਈ ਦਿਨਾਂ ਤੋਂ ਚੁੱਪ ਜੋ ਹੋਏ, ਅੱਗੇ ਹਰੇਕ ਨਾਲ ਹੱਸ ਕੇ ਬੋਲਦੇ ਸੀ, ਬਚਨ ਕਰਦੇ ਸੀ, ਖੇਲਾਂ ਖੇਲਦੇ ਸੀ ਬੱਚਿਆਂ ਦੇ ਨਾਲ। ਸਾਰੇ ਚਾਹੁੰਦੇ ਨੇ ਤੁਹਾਡੇ ਮੁਖ ਤੋਂ ਕੋਈ ਬਚਨ ਹੋਵੇ ਤੇ ਸੁਣੀਏ। ਆਨਨ ਤੇ ਨਹਿ ਬੋਲਤ ਹੈ ਬਚ, ਤੁਸੀਂ ਆਪਣੇ ਆਨੰਦ ਮੁਖ ਤੋਂ ਕੋਈ ਵੀ ਬਚਨ ਨਹੀਂ ਬੋਲਦੇ ਹੋ। ਹੋਵਤ ਰੰਜ ਹਿਰਦੇ ਸਭ ਹੀ, ਤਾਂ ਇਸ ਵਾਸਤੇ ਆ ਜਿੰਨੇ ਸੰਗਤ ਰੂਪ ਵਿੱਚ ਤੁਹਾਡੇ ਪ੍ਰੇਮੀ ਇਕੱਠੇ ਹੋਏ ਨਾ, ਇਹ ਸਾਰੇ ਰੰਜ ਨਾਰਾਜ਼ ਨੇ ਤੁਹਾਡੇ ਨਾਲ, ਤੁਸੀਂ ਕਿਉਂ ਨਹੀਂ ਬੋਲਦੇ ਹੋ। ਮੋਹਿ ਕਹੇ ਤੁਮ ਬੋਲਹੁ ਥੋਰ ਸਾ, ਚਲੋ ਮੇਰੀ ਬੇਨਤੀ ਹੈ, ਮੇਰੇ ਕਹੇ ਤੋਂ ਕੋਈ ਥੋੜਾ ਜਿਹਾ ਬੋਲੋ ਤਾਂ ਸਹੀ, ਕੁਛ ਦੱਸੋ ਤਾਂ ਸਹੀ ਮਹਾਰਾਜ ਮੁਖ ਤੋਂ ਬੋਲ ਕੇ। ਮਾਨੀ ਹੈਰਾਨੀ ਸੋ ਕੈਸੇ ਕਹੀ, ਤੋ ਇਸ ਵਾਸਤੇ ਸਾਰੇ ਹੀ ਇਸ ਗੱਲ ਤੋਂ ਹੈਰਾਨ ਹਾਂ ਵੀ ਤੁਸੀਂ ਕੀ ਗੱਲ ਹੈ। ਇਸ ਵਾਸਤੇ ਕੁਛ ਤਾਂ ਬੋਲੋ। ਸੋ ਮੇਰੀ ਬੇਨਤੀ ਮੰਨ ਕਰਕੇ ਤੁਸੀਂ ਕੋਈ ਬਚਨ ਬੋਲੋ ਜੀ। ਖੇਤ ਖੁਦਾਈ ਉਠੋ ਇੱਕ ਬਾਰ, ਤੇ ਮੁੱਲਾ ਨੇ ਫਿਰ ਕਿਹਾ ਖੁਦਾ ਦਾ ਵਾਸਤਾ ਵੀ ਇੱਕ ਵਾਰ ਤੇ ਉੱਠ ਕੇ ਬਚਨ ਕਰੋ। ਉਹ ਭਾਈ ਫਿਰ ਵੀ ਮੁੱਲਾ ਸੀ ਨਾ, ਧਰਮੀ ਬੰਦਾ, ਕਹਿੰਦਾ ਖੁਦਾ ਦਾ ਵਾਸਤਾ ਇੱਕ ਵਾਰ ਉੱਠ ਕੇ ਬਚਨ ਕਰੋ ਜੀ, ਕੀ ਕਾਰਨ ਹੈ ਤੁਹਾਨੂੰ। ਉਚਾਰ ਕਰੋ ਉਰ ਜੈਸੇ ਅਹੀਂ, ਤੇ ਜੋ ਵੀ ਤੁਹਾਡੇ ਮਨ ਵਿੱਚ ਵਿਚਾਰ ਹੈ ਉਹ ਕਿਰਪਾ ਕਰਕੇ ਤੁਸੀਂ ਬੋਲ ਕੇ ਦੱਸੋ ਸਾਨੂੰ। ਅੜਿਲ ਮੁੱਲਾ ਕੇ ਸੁਨ ਬੈਨ ਦੀਨ ਅਤ ਜੋ ਭਇਓ, ਤੋ ਕਹਿੰਦੇ ਮੁੱਲਾਂ ਦੇ ਬਚਨ ਸੁਣ ਕਰਕੇ ਗੁਰੂ ਨਾਨਕ ਸਾਹਿਬ ਦੇ ਖੁਦਾ ਦੇ ਵਾਸਤੇ ਪਾਉਣ ਲੱਗ ਪਿਆ। ਹੁਣ ਬਹੁਤਾ ਹੀ ਦੀਨ ਅਧੀਨ ਹੋਇਆ ਹੈ। ਇਹੋ ਜਾਣ ਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਬਹੁਰੋ ਹੇਤ ਖੁਦਾਏ ਨਾਮ ਮੁਖ ਤੇ ਕਹੇ ਹੋ, ਤੇ ਫਿਰ ਹੁਣ ਤੈਨੂੰ ਖੁਦਾ ਦਾ ਨਾਮ ਲੈ ਲਿਆ ਨਾ ਸਾਡੇ ਕੋਲ, ਖੁਦਾ ਦਾ ਵਾਸਤਾ ਪਾਇਆ ਇਸਨੇ। ਦੋਨੋਂ ਚਸ਼ਮ ਕੁਸਾਦ ਨਿਸਤਹਤ ਹੈ ਸਮੋਹੇ, ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ, ਦੋਨੋਂ ਨੇਤਰ ਖੋਲੇ ਤੇ ਹਜੂਰ ਪਾਤਸ਼ਾਹ ਉੱਠ ਕੇ ਬੈਠ ਗਏ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਗੁਰੂ ਨਾਨਕ ਸਾਹਿਬ ਜੀ ਸਾਵਧਾਨ ਹੋ ਕੇ ਬੈਠ ਗਏ ਜਦੋਂ ਖੁਦਾ ਦਾ ਵਾਸਤਾ ਪਾ ਦਿੱਤਾ। ਉਹ ਬੋਲੇ ਰਾਗ ਤਲੰਗ ਸ਼ਬਦ ਜੋ ਦੁਖ ਦਹੇ, ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੇਲੇ ਮੁਖ ਤੋਂ ਰਾਗ ਤਲੰਗ ਦੇ ਵਿੱਚ ਫਿਰ ਪਾਵਨ ਪਵਿੱਤਰ ਸ਼ਬਦ ਜਿਹੜਾ ਹੈ ਉਸ ਵੇਲੇ ਉਚਾਰਨ ਕੀਤਾ ਹੈ, ਜੋ ਸਭਨਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਤੋ ਮੇਰੇ ਸਹਿਨਸ਼ਾਹ ਪਿਤਾ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਦਾਤਾਰ ਜੀ ਗੋਪਾਲ ਪਾਂਧਾ ਜੀ ਕੋਲ ਗਏ ਹਨ, ਤੇ ਉਹ ਵਿਦਿਆ ਪੜ੍ਹਾਉਣ ਲੱਗੇ ਨੇ। ਉਹਨਾਂ ਨੂੰ ਧੁਰਕੀ ਬਾਣੀ ਦਾ ਸ਼ਬਦ ਉਚਾਰਨ ਕਰਕੇ ਸ੍ਰੀ ਰਾਗ ਦਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਉਸ ਨੂੰ ਨਿਹਾਲ ਕੀਤਾ, ਤੇ ਅਨੇਕਾਂ ਜੀਵਾਂ ਪ੍ਰਾਣੀਆਂ ਤੇ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਉਸ ਸ਼ਬਦ ਦਾ ਉਪਦੇਸ਼ ਬਖਸ਼ ਕਰਕੇ। ਤੇ ਹੁਣ ਇਹ ਮੁੱਲਾ ਹੈ, ਫਾਰਸੀ ਪੜ੍ਹਾਉਣ ਵਾਸਤੇ ਯਤਨ ਹੋਇਆ ਸੀ, ਗੁਰੂ ਪਾਤਸ਼ਾਹ ਜੀ ਦੇ ਕੋਲ ਗਿਆ ਹੈ, ਤੇ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਪਾਵਨ ਪਵਿੱਤਰ ਰਾਗ ਤਲੰਗ ਦੇ ਵਿੱਚ ਹੁਣ ਫਾਰਸੀ ਵਿੱਚ ਸ਼ਬਦ ਉਚਾਰਨ ਕਰਕੇ ਮੇਰੇ ਸ਼ਹਿਨਸ਼ਾਹ ਪਿਤਾ ਗਰੀਬ ਨਵਾਜ ਜੀ ਸ਼ੁਭ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ, ਜਿਸ ਦੀ ਵਿਚਾਰ ਅਸੀਂ ਅਗਲੇ ਸਮਾਂ 'ਚ ਕਰਾਂਗੇ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਵੀ ਆਪਾਂ ਇਸ ਤੋਂ ਅੱਗੇ ਹੋਰ ਸ਼ਹਿਨਸ਼ਾਹ ਪਿਤਾ ਜੀ ਦਾ ਜਸ ਮਾਣੀਏ। ਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਡੇ ਸਿਰ ਤੇ ਮੇਰੇ 'ਤੇ ਹੱਥ ਰੱਖਣ, ਬਖਸ਼ਿਸ਼ ਕਰਕੇ ਗਰੀਬ ਨਵਾਜ। ਸੋ ਸਾਨੂੰ ਆਪਣਾ ਪਾਵਨ ਪਵਿੱਤਰ ਨਾਮ ਦਾ ਦਾਨ, ਪਵਿੱਤਰ ਗਿਆਨ ਬਖਸ਼ਿਸ਼ ਕਰਨ, ਜਿਸ ਨੂੰ ਧਾਰਨ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੇ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਭ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਦੋਨੋਂ ਚਸ਼ਮ ਕੁਸ਼ਾਦ ਨਿਸਤਹ ਹੈ ਸਮੋਹੇ, ਹੋ ਬੋਲੇ ਰਾਗ ਤਲੰਗ ਸ਼ਬਦ ਜੋ ਦੁਖ ਦਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।